ਲੈ ਲਈ और अकाली दल ਨੂੰ ਇਸ ਤੇ ਇਤਰਾਜ਼ ਹੈ। ਅਕਾਲੀ ਦਲ ਨੂੰ ਇਹ ਲੱਗ ਰਿਹਾ ਹੈ ਕਿ ਰਾਤੋਂ ਰਾਤ ਅਜਿਹਾ ਕੀ ਹੋਇਆ ਕਿ ਸਿਕਿਉਰਿਟੀ ਜਿਹੜੀ ਹੈ ਉਹ ਵਾਪਸ ਲੈਣੀ ਪੈ ਗਈ ਹੈ, ਕਿਉਂਕਿ ਜਦੋਂ ਗਠਜੋੜ ਟੁੱਟਿਆ ਤਾਂ ਹੁਣ ਭਾਜਪਾ ਅਕਾਲੀ ਦਲ ਤੇ ਨਿਸ਼ਾਨਾ ਸਾਧ ਰਿਹਾ ਔਰ ਅਕਾਲੀ ਦਲ ਭਾਜਪਾ ਤੇ ਨਿਸ਼ਾਨਾ ਸਾਧ ਰਿਹਾ। ਮੇਰੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ। ਜਾਖੜ ਸਾਹਿਬ, ਸਿਕਿਉਰਿਟੀ ਵਾਪਸ ਲੈ ਲਿੱਤੀ ਗਈ, ਤੁਹਾਨੂੰ ਲੱਗਦਾ ਹੈ ਬਿਕਰਮ ਸਿੰਘ ਮਜੀਠੀਆ ਨੂੰ ਖਤਰਾ ਸੀਗਾ ਔਰ ਕੇਂਦਰ ਸਰਕਾਰ ਨੇ ਜੋ ਸਿਕਿਉਰਿਟੀ ਲਿੱਤੀ ਹੈ ਉਹ ਵਾਪਸ ਕਰ ਦੇਣੀ ਚਾਹੀਦੀ ਹੈ, ਜਾਂ ਕਿਉਂ ਤੁਹਾਨੂੰ ਲੱਗ ਰਿਹਾ ਕਿ ਸਿਕਿਉਰਿਟੀ ਵਾਪਸ ਲਿੱਤੀ ਹੈ? ਦੇਖੋ, ਜਿਹੜੇ ਮੁੱਢਲੇ ਇਸ਼ੂਜ਼ ਹੈ, ਆਹ ਮਸਲਾ ਹੈ ਨਹੀਂ ਕੋਈ ਇੱਕ ਵਿਕਰਮ ਮਜੀਠੀਏ ਦਾ ਸਿਕਿਉਰਿਟੀ ਲੈ ਲਈ ਜਾਂ ਦੇਤੀ ਜਾਂ ਘਟਾਤੀ ਜਾਂ ਵਧਾਤੀ। ਮਸਲਾ ਅਗਰ ਲਾਅ ਐਂਡ ਆਰਡਰ ਦਾ ਹੈ, ਅਗਰ ਸਿਕਿਉਰਿਟੀ ਥ੍ਰੈਟ ਪਰਸੈਪਸ਼ਨ ਦੇ ਹਿਸਾਬ ਨਾਲ ਬੇਸਡ ਹੈਗੀ ਤਾਂ ਫਿਰ ਆ ਰੋਜ਼-ਰੋਜ਼ ਦਾ ਜਿਹੜਾ ਖੇਡ ਕਰਦੇ ਹੈ। ਪਹਿਲਾਂ ਰਾਹੁਲ ਗਾਂਧੀ ਜੀ ਦੀ ਸਿਕਿਉਰਿਟੀ ਜਿਹੜੀ ਸੀਗੀ ਐਸਪੀਜੀ ਦੀ ਸੀ, ਉਹ ਇਹਨਾਂ ਨੇ ਵਿਡਰਾਅ ਕੀਤੀ, ਡਾਕਟਰ ਮਨਮੋਹਨ ਸਿੰਘ ਦੀ ਵਿਡਰਾਅ ਕੀਤੀ, ਤੇ ਉਦੋਂ ਵੀ ਆਹੀ ਇਲਜ਼ਾਮ ਲੱਗੇ ਹੈ। ਉਦੋਂ ਐ ਨਹੀਂ ਬੋਲੇ ਕਿਉਂਕਿ ਡਾਕਟਰ ਮਨਮੋਹਨ ਸਿੰਘ ਦੀ ਜਿਸ ਦਿਨ ਸਿਕਿਉਰਿਟੀ ਐਸਪੀਜੀ, ਹੀ ਇਜ਼ ਅ ਫਾਰਮਰ ਪ੍ਰਾਈਮ ਮਿਨਿਸਟਰ ਆਫ ਦਾ ਕੰਟਰੀ, ਉਹਨਾਂ ਦੀ ਜੀ ਸਿਕਿਉਰਿਟੀ ਵਿਡਰਾਅ ਕਰਨ ਦੀ ਨੌਬਤ ਆ ਗਈ। ਰਾਹੁਲ ਗਾਂਧੀ ਜੀ ਦੀ, ਸੋਨੀਆ ਜੀ ਦੀ, ਸਾਰਿਆਂ ਦੇ ਸਿਕਿਉਰਿਟੀ ਵਿਡਰਾਅ ਕਰਦੀ। ਅਗਰ ਅਕਾਲੀ ਉਸ ਦਿਨ ਬੋਲੇ ਹੁੰਦੇ ਤਾਂ ਮੈਂ ਨਹੀਂ ਸੀ ਸਮਝਦਾ ਅੱਜ ਇਹਨਾਂ ਦੇ ਆਪ ਦੇ ਘਰ ਤੇ ਆ ਕੇ ਡਿੱਗਦੀ। ਪਰ ਜੋ ਤਨ ਲਾਗੇ ਸੋ ਤਨ ਜਾਣੇ। ਅੱਜ ਇਹਨਾਂ ਨੂੰ ਆ ਕਹਿੰਦਾ ਨਾ ਆਜ ਆਇਆ ਊਠ ਪਾੜ ਕੇ ਤਲੇ। ਅੱਜ ਇਹਨਾਂ ਨੂੰ ਪਤਾ ਲੱਗਿਆ ਸੇਕਾ ਕਿਵੇਂ ਲੱਗਦਾ, ਕਿਉਂਕਿ ਇਹਨਾਂ ਨੇ ਅਕਾਲੀਆਂ ਦੇ ਰਾਜ 'ਚ ਵੀ 10 ਸਾਲ ਇਸੇ ਤਰ੍ਹਾਂ ਹੀ ਰੇਵੜੀਆਂ ਵਾਂਗੂ ਵੰਡਦੇ ਹੁੰਦੇ ਸੀਗੇ, ਜਥੇਦਾਰ ਲਈ ਫਿਰਦੇ ਸੀਗੇ ਸਾਰੇ, ਜਿੰਨੇ ਜਿਹੜੇ ਐਸਜੀਪੀਸੀ ਦੇ ਮੈਂਬਰ ਸੀ ਜਿਪਸੀਆਂ ਲੈ ਕੇ ਤੁਰੇ ਫਿਰਦੇ ਸੀਗੇ, ਤੇ ਕੋਈ ਉਹਨਾਂ ਦਾ ਵਜੂਦ ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਦੇਖੋ, ਸਿਕਿਉਰਿਟੀ ਅਗਰ ਵਿਕਰਮ ਮਜੀਠੀਆ ਨੂੰ ਵਾਕਈ ਕਿਤੇ ਥ੍ਰੈਟ ਪਰਸੈਪਸ਼ਨ ਹੈ, ਮੈਂ ਸੀਐਮ ਸਾਹਿਬ ਨੂੰ ਕਹੂੰਗਾ ਵੀ ਸਾਡੇ ਰਾਜਨੀਤਿਕ ਵਿਰੋਧ ਇੱਕ ਪਾਸੇ ਰਹਿ ਗਏ, ਉਹਨਾਂ ਨੂੰ 4 ਜਿਪਸੀਆਂ ਫਾਲਤੂ ਲਾ ਦਿਓ। ਅੱਛਾ, ਤੁਸੀਂ ਸੀਐਮ ਸਾਹਿਬ ਨੂੰ ਕਹੋਗੇ ਕਿ ਪੰਜਾਬ ਸਰਕਾਰ 4 ਜਿਪਸੀਆਂ ਹੋਰ ਦੇ ਦੇ ਅਗਰ ਉਹਨਾਂ ਨੂੰ ਖਤਰਾ ਹੈ ਤਾਂ? ਤੁਹਾਨੂੰ ਲੱਗਦਾ ਖਤਰਾ ਹੈ? ਦੇਖੋ, ਉਹਨਾਂ ਨੂੰ ਖਤਰਾ ਆਪਣੇ ਕਾਲੇ ਕਰਤੂਤਾਂ ਤੋਂ ਹੋਣਾ ਚਾਹੀਦਾ, ਅਦਰਵਾਈਜ਼ ਤਾਂ ਕੋਈ ਖਤਰਾ ਮੈਂ ਤਾਂ ਦਿਸਦਾ ਨਹੀਂ ਵੀ ਕਿਸ ਕਿਸਮ ਦਾ। ਪੰਜਾਬ 'ਚ ਸਿਕਿਉਰਿਟੀ ਸਟੇਟਸ ਸਿੰਬਲ ਹੈ ਜਾਂ ਵਾਕਈ ਖਤਰਾ ਹੈ? ਕਿਉਂਕਿ ਮੈਂ ਸਿੱਕਿਮ ਗਿਆ, ਉੱਥੇ ਤਾਂ ਸੀਐਮ ਕੋਈ ਇੰਨੀ ਸਿਕਿਉਰਿਟੀ ਨਹੀਂ ਹੁੰਦੀ ਜਿੰਨੀ ਸਿਕਿਉਰਿਟੀ ਇੱਥੇ ਚੇਅਰਮੈਨ ਜਾਂ ਐਮਐਲਏ ਲੈ ਕੇ ਘੁੰਮ ਰਿਹਾ ਵਾ। ਮੈਂ ਦਿੱਲੀ 'ਚ ਦੇਖਦਾ, ਦਿੱਲੀ ਦੇ ਮੁੱਖ ਮੰਤਰੀ ਕੋਈ ਇੰਨੀ ਸਿਕਿਉਰਿਟੀ ਨਹੀਂ ਹੁੰਦੀ। ਪੰਜਾਬ 'ਚ ਇੱਕ ਵੀਆਈਪੀ ਕਲਚਰ ਹੈ ਜਾਂ ਪੰਜਾਬ 'ਚ ਹੈ ਕਿ ਇੰਨਾ ਸਿਕਿਉਰਿਟੀ ਦਾ? ਦੇਖੋ, ਇੱਕ ਰਾਜਨੀਤਿਕ ਟੂਲ ਬਣ ਕੇ ਰਹਿ ਗਿਆ। ਹੁਣ ਜਿਵੇਂ ਬੀਜੇਪੀ ਹੈ, ਕਿਸੇ ਨੂੰ ਜਿਵੇਂ ਚੋਗਾ ਪਾਉਂਦੇ ਨਾ ਮੱਛਲੀ ਨੂੰ, ਉਸ ਤਰ੍ਹਾਂ ਕਈ ਲੀਡਰਾਂ ਨੂੰ ਉਹਨਾਂ ਨੇ ਦੇ ਰੱਖਿਆ। ਤੁਸੀਂ ਦੇਖੋ, ਫਿਲਮੀ ਜਿਹੜੇ ਸਿਤਾਰੇ ਆ ਉਹਨਾਂ ਨੂੰ ਗਨਮੈਨ ਦੇਈ ਜਾਂਦੇ ਆ। ਇੱਥੇ ਮੈਂ ਫੋਟੋ ਦੇਖੀ, ਕਿਉਂਕਿ ਉਹਨਾਂ ਨੇ ਕਾਂਗਰਸ ਦੇ ਖਿਲਾਫ ਬੋਲੇ ਸੀਗੇ ਵੀ ਇੱਥੇ ਚੰਡੀਗੜ੍ਹ 에ਅਰਪੋਰਟ ਤੇ ਮਾਰ, ਸਾਰੀ ਸੀਆਈਐਸਐਫ ਮਗਰ ਲੱਗੀ ਫਿਰਦੀ ਸੀ, ਫਿਲਮ ਐਕਟ੍ਰੈਸਿਸ ਦੇ ਮਗਰ। ਤੇ ਅਗਰ ਫਿਲਮ ਐਕਟ੍ਰੈਸਿਸ ਨੂੰ ਜਾਂ ਫਿਲਮ ਐਕਟਰਸ ਨੂੰ ਤੁਸੀਂ ਗਨਮੈਨ ਦੇਣੇ ਆ, ਫਿਰ ਉਹਦੇ ਨਾਲ ਤਾਂ ਉਹਨਾਂ ਨੂੰ ਰਾਜਨੀਤਿਕ ਬੰਦਿਆਂ ਨੂੰ ਦੇ ਦਿਓ। ਬਿਲਕੁਲ ਜਿਹੜੀ ਸਿਕਿਉਰਿਟੀ ਹੈ, ਇਟ ਸ਼ੁੱਡ ਬੀ ਓਨਲੀ ਔਨ ਥ੍ਰੈਟ, ਰੀਅਲ ਥ੍ਰੈਟ ਪਰਸੈਪਸ਼ਨ, ਨਾ ਕਿ ਇੱਕ ਰਾਜਨੀਤਿਕ ਟੂਲ ਦੇ ਤੌਰ ਦੇ ਉੱਤੇ। ਜਿਨ੍ਹਾਂ ਦਾ ਹੱਕ ਬਣਦਾ ਸੀਗਾ, ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀ ਹੈ, ਚਾਹੇ ਸੋਨੀਆ ਜੀ ਹੈ, ਰਾਹੁਲ ਜੀ ਹੈ, ਡਾਕਟਰ ਮਨਮੋਹਨ ਸਿੰਘ ਫਾਰਮਰ ਪ੍ਰਾਈਮ ਮਿਨਿਸਟਰ ਜਿਨ੍ਹਾਂ ਵਾਸਤੇ ਐਸਪੀਜੀ ਬਣੀ ਹੈ, ਉਹਨਾਂ ਦਾ ਜਿਹੜਾ ਹੱਕ ਬਣਦਾ ਉਹ ਬਹਾਲ ਕਰਨ। ਇਹ ਜਿਹੜੇ ਛੋਟੇ ਮੋਟੇ ਕਿਸੇ ਦੀ ਲੈ ਲਈ ਹੈ, ਨਹੀਂ ਕਰਤੀ, ਇਹ ਰਾਜਨੀਤੀਕਰਨ ਨਾ ਕਰਨ। ਪੁਲਿਸ ਦਾ ਵੀ ਰਾਜਨੀਤੀਕਰਨ ਹੋ ਗਿਆ। ਐਵਰੀ ਇੰਸਟੀਟਿਊਸ਼ਨ ਜਿਹੜੀ, ਲੇਕਿਨ ਪੰਜਾਬ 'ਚ ਤਾਂ ਇੱਕ ਸਟੇਟਸ ਸਿੰਬਲ ਮੰਨਿਆ ਜਾਂਦਾ, ਵੀਆਈਪੀ ਕਲਚਰ ਮੰਨਿਆ ਜਾਂਦਾ, ਕਿਉਂਕਿ ਮੈਂ ਦੇਖਿਆ ਚੇਅਰਮੈਨ, ਐਮਐਲਏ, ਕਈ ਸਾਰੇ ਲੀਡਰ ਇੰਨੀ ਸਿਕਿਉਰਿਟੀ ਲੈ ਕੇ ਘੁੰਮਦੇ ਨੇ। ਦੇਖੋ, ਲਾਅ ਐਂਡ ਆਰਡਰ ਵਾਸਤੇ ਪੁਲਿਸ ਦਾ ਇਸਤੇਮਾਲ ਹੋਣਾ ਚਾਹੀਦਾ ਹੈ। ਕਿਸੇ ਨੂੰ ਵੀ, ਕਿਸੇ ਵੀ, ਚਾਹੇ ਕਿਸੇ ਦਾ ਸਟੇਟਸ ਬਣਦਾ ਹੈ ਕਿ ਨਹੀਂ ਬਣਦਾ, ਉਹਨਾਂ ਦਾ ਸਟੇਟਸ ਤੁਸੀਂ ਆਪ ਦੇਖ ਸਕਦੇ ਹੋ। ਜਿਨ੍ਹਾਂ ਦਾ ਜ਼ਮੀਰ 2 ਗਨਮੈਨਾਂ ਵਾਸਤੇ ਵਿਕ ਜਾਂਦੇ, ਜਿਹੜੇ ਜਾ ਕੇ ਆਪਣੇ ਵਿਰੋਧੀਆਂ ਕੋਲ ਜਾ ਕੇ ਗਨਮੈਨਾਂ ਵਾਸਤੇ ਜਾ ਵੜਦੇ ਆ। ਬੜਾ ਇਸ਼ਾਰਾ ਤੁਹਾਡੇ ਆਪਣੇ ਲੀਡਰ। ਮੈਂ ਕਿਸੇ ਇਸ਼ਾਰੇ ਨਹੀਂ, ਮੈਂ ਕਹਿਣਾ ਵੀ ਇਸ ਦਾ ਪੁਲਿਸ ਦਾ ਰਾਜਨੀਤੀਕਰਨ ਨਹੀਂ ਹੋਣਾ ਚਾਹੀਦਾ। ਅਗਰ ਚਾਹੇ ਆ ਜੇ ਲੋੜ ਹੈ ਦੱਸਣ ਕਿੱਥੇ ਫਿਰ ਇੰਨੇ ਦਿਨ ਦੇ ਕਿਉਂ ਰੱਖੀ ਸੀਗੀ। ਅਗਰ ਮਜੀਠੀਆ ਜੀ ਨੂੰ ਕਿਤੇ ਖਤਰਾ ਹੈ ਨਹੀਂ ਸੀਗਾ ਤਾਂ ਫਿਰ ਇੰਨੇ ਦਿਨ ਕਿਉਂ ਆ ਤੇਲ ਫੂਕੀ ਜਾਂਦੇ ਸੀਗੇ ਸਰਕਾਰ ਦਾ? 2017 ਚ ਜਦੋਂ 2017 ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਹਨਾਂ ਨੇ ਕਿਹਾ ਵੀਆਈਪੀ ਕਲਚਰ ਖਤਮ ਕਰਾਂਗਾ। ਉਹਨਾਂ ਨੇ ਸੀਐਮ ਤੋਂ ਵੀ ਸਿਕਿਉਰਿਟੀ ਘਟਾਈ, ਉਹਨਾਂ ਨੇ ਬਾਕੀ ਲੀਡਰਾਂ ਤੋਂ ਵੀ ਘਟਾਈ, ਲੇਕਿਨ 2020 ਆਂਦੇ ਵਾਪਸ ਉਹ ਸਿਕਿਉਰਿਟੀ ਵਾਲੇ ਪਾਸੇ ਆਉਣ ਲੱਗ ਪਿਆ। ਤੁਹਾਨੂੰ ਕੀ ਲੱਗਦਾ ਸਿਕਿਉਰਿਟੀ ਦੀ ਡੈਫੀਨੇਸ਼ਨ ਕੀ ਹੈ? ਸਿਕਿਉਰਿਟੀ ਕਿੰਨੂੰ ਮਿਲਣੀ ਚਾਹੀਦੀ, ਕਿੰਨੀ ਮਿਲਣੀ ਚਾਹੀਦੀ, ਔਰ ਕੁਝ ਹੋਣੀ ਚਾਹੀਦੀ, ਸਿਲੈਕਸ਼ਨ ਹੋਣੀ ਚਾਹੀਦੀ ਕਿ ਇੰਨੀ ਸਿਕਿਉਰਿਟੀ ਇਹਨੂੰ ਦਿੱਤੀ ਜਾਵੇ? ਮੈਂ ਕਹਿ ਰਿਹਾ ਬੇਸਡ ਔਨ ਐਕਚੁਅਲ ਥ੍ਰੈਟ ਪਰਸੈਪਸ਼ਨ, ਵੀ ਉਸ ਕਿਸੇ ਨੂੰ ਅਗਰ ਜਾਨ ਦਾ ਖਤਰਾ ਹੈ, ਉਹਨਾਂ ਨੂੰ ਅਗਰ ਵਾਕਈ ਇੰਟੈਲੀਜੈਂਸ ਰਿਪੋਰਟਸ ਜਾਂ ਸੀਆਈਡੀ ਦੀ ਰਿਪੋਰਟਸ ਹੈਗੀਆਂ ਵੀ ਇਹਨਾਂ ਦੇ ਉੱਤੇ ਕੋਈ ਨਾ ਕੋਈ ਗਲਤ ਅਨਸਰ ਕਾਰਵਾਈ ਕਰ ਸਕਦੇ, ਉਹਨਾਂ ਨੂੰ ਪੂਰੀ ਸਿਕਿਉਰਿਟੀ ਇਰਰਿਸਪੈਕਟਿਵ ਆਫ ਕਿਹੜੇ ਰਾਜਨੀਤਿਕ ਪਾਰਟੀ ਦੇ ਮਿਲਣੀ ਚਾਹੀਦੀ ਹੈ। ਪਰ ਐਜ਼ ਏ ਤੁਸੀਂ ਉਹਨਾਂ ਨੂੰ ਫੇਵਰ ਕਰਨ ਵਾਸਤੇ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਟੇਟਸ ਸਿੰਬਲ ਵਾਸਤੇ, ਨਹੀਂ, ਦੈਟ ਕੈਨ ਨਾਟ ਬੀ ਅਲਾਉਡ, ਨਾਟ ਐਟ ਪਬਲਿਕ ਐਕਸਪੈਂਸ। ਪੰਜਾਬ ਸਰਕਾਰ ਕੋਈ ਕਦਮ ਚੁੱਕੇਗੀ? ਇੱਕ ਚੈੱਕ ਕੀਤਾ ਜਾਏ। ਸਰਕਾਰ ਨੇ, ਤੁਸੀਂ ਆਪ ਹੀ ਕਹਿ ਰਹੇ ਹੋ, ਕੈਪਟਨ ਸਾਹਿਬ ਨੇ ਆਪਣੀ ਸਿਕਿਉਰਿਟੀ ਚੋਂ ਕਰੀਬਨ 1200 ਤੋਂ ਜ਼ਿਆਦਾ ਜਿਹੜੇ ਸੀਗੇ ਸਿਕਿਉਰਿਟੀ, ਉਹਨਾਂ ਨੂੰ ਵਾਪਸ ਪੁਲਿਸ ਲਾਈਨ 'ਚ ਭੇਜਤਾ ਸੀ, ਜਾ ਕੇ ਲਾਅ ਐਂਡ ਆਰਡਰ ਦੀ ਜਿਹੜੀ ਡਿਊਟੀਜ਼ ਉਹ ਪਰਫਾਰਮ ਕਰੋ। ਸੋ ਪੰਜਾਬ ਗਵਰਨਮੈਂਟ ਕਮਿਟਡ ਹੈ, ਪਰ ਇਹ ਕੋਈ ਕਾਰਨ ਨਹੀਂ ਹੋਣਾ ਚਾਹੀਦਾ ਵੀ ਅੱਜ ਤੁਹਾਡਾ ਨੂੰਹ ਮਾਸ ਦਾ ਰਿਸ਼ਤਾ ਅੱਡ ਹੋ ਗਿਆ ਤਾਂ ਸਿਕਿਉਰਿਟੀ ਵਿਡਰਾ ਕਰ ਲਓ, ਜੇ ਕੱਲ ਫੇਰ ਇਕੱਠੇ ਹੋ ਜਾਣਗੇ। ਦੇਖੋ, ਇਹਨਾਂ ਦਾ ਕੋਈ ਜਿਹੜਾ ਵਿਖ ਵਿਖਾਰਾ ਕੋਈ ਇਹਨਾਂ ਦੇ ਕੋਈ ਵਜੂਦ ਨਹੀਂ ਸਾਬ ਹੈ। ਲੋਕ ਕਦੋਂ ਇਕੱਠੇ ਹੋ ਜਾਣਗੇ, ਕਦੋਂ ਇਹਨਾਂ ਨੂੰ ਆਪਸ 'ਚ ਪਿਆਰ ਜਾਗਦਾ। ਅੱਜ ਵੀ
ਅਕਾਲੀ ਪਾਰਟੀ ਜਿਹੜੇ ਆ ਨਾ, ਇਹਨਾਂ ਗੱਲਾਂ ਤੋਂ ਡਰ ਕੇ ਬੀਜੇਪੀ ਦੇ ਖਿਲਾਫ ਨਹੀਂ ਬੋਲ ਰਹੇ। ਸਾਰੇ ਪੰਜਾਬ ਨੂੰ ਪਤਾ ਹੈ, ਇੱਕ ਇੱਕ ਬੱਚਾ ਜਾਣਦਾ ਹੈ, ਇੱਕ ਇੱਕ ਕਿਸਾਨ ਜਾਣਦਾ ਹੈ, ਵਪਾਰੀ ਜਾਣਦਾ ਹੈ ਵੀ ਪੰਜਾਬ ਦੇ ਖਿਲਾਫ ਬੀਜੇਪੀ ਜੋ ਸਾਜ਼ਿਸ਼ ਕਰ ਰਹੀ ਹੈ, ਜੋ ਮਤਰੇਈ ਮਾਂ ਵਾਲਾ ਵਿਵਹਾਰ ਹੈ। ਪਰੰਤੂ ਅਕਾਲੀ ਜਿਹੜੇ ਲੀਡਰ ਹੈ ਬੀਜੇਪੀ ਦੇ ਖਿਲਾਫ ਨਹੀਂ ਬੋਲਦੇ। ਅੱਜ ਤਾਈਂ ਜ਼ਬਾਨ ਨਹੀਂ ਖੁੱਲ੍ਹ ਵੀ ਬੀਜੇਪੀ ਨੂੰ ਮਾੜਾ ਕੀਤਾ। ਹੁਣ ਅੱਜ ਜੇ ਮਾੜਾ ਮੋਟਾ ਕੋਈ ਲੱਗਿਆ, ਕੋਈ ਕਰੰਟ 'ਚ ਲੱਗਿਆ ਤੇ ਸ਼ਾਇਦ ਬੋਲਣ, ਪਰ ਮੈਨੂੰ ਅੱਜ ਵੀ ਖਤਰਾ ਹੈ। ਅੱਜ ਵੀ ਦਬੀ ਜ਼ਬਾਨ 'ਚ ਕਹਿਣਗੇ ਵੀ ਨਹੀਂ ਜੀ ਇਹ ਤਾਂ ਕੋਈ ਸ਼ਾਇਦ ਇੱਥੋਂ ਪੰਜਾਬ ਵਾਲਿਆਂ ਨੇ ਕਰਤਾ ਹੋਣਾ, ਸਾਡੇ ਨਾਲ ਤਾਂ ਕੇਂਦਰ ਸਰਕਾਰ ਦਾ ਜਰਾ ਵਤੀਰਾ ਨਹੀਂ, ਬਹੁਤ ਮਾੜਾ ਜੋ ਕੁਝ ਹੋ ਰਿਹਾ, ਬਹੁਤ ਮਾੜਾ ਹੋ ਰਿਹਾ। ਇੱਕ ਮੁੱਖ ਮੰਤਰੀ ਨੇ ਕੱਲ ਕਿਸਾਨਾਂ ਨਾਲ ਮੀਟਿੰਗ ਵੀ ਸੱਦੀ ਹੈ, ਕੀ ਕੁਝ ਉਸ ਮੀਟਿੰਗ ਦੇ ਵਿੱਚ ਰਹੇਗਾ? ਕਦੋਂ ਤੱਕ ਪ੍ਰਧਾਨ ਮੰਤਰੀ ਨਾਲ ਮੁੱਖ ਮੰਤਰੀ ਮਿਲਣ ਜਾ ਰਹੇ? ਦੇਖੋ ਕਦੋਂ ਟਾਈਮ ਦਿੰਦੇ ਆ ਪ੍ਰਧਾਨ ਮੰਤਰੀ, ਕਦੋਂ ਜਾ ਕੇ ਮਿਲਦੇ ਆ, ਪਰ ਮੇਰਾ ਮੰਨਣਾ ਹੈ ਜੋ ਕੁਝ ਵੀ ਵਾਪਰ ਰਿਹਾ ਪੰਜਾਬ ਦੇ ਨਾਲ, ਪੰਜਾਬ ਕੈਨ ਨਾਟ ਬੀ ਹੈਲਡ ਟੂ ਰੈਂਸਮ ਬਾਈ ਸੈਂਟਰਲ ਗਵਰਨਮੈਂਟ ਔਰ ਬਾਈ ਐਨੀ ਲੀਡਰ। ਸਾਨੂੰ ਤੁਸੀਂ ਫਿਰੌਤੀ ਦੇ ਤੌਰ ਤੇ ਨਹੀਂ ਪੰਜਾਬ ਨੂੰ ਕਰ ਸਕਦੇ ਵੀ ਤੁਸੀਂ ਆ ਪਹਿਲਾਂ ਗੋਡੇ ਲਾਓ ਉਹਦੇ ਬਾਅਦ ਗੱਡੀਆਂ ਚਲਾਵਾਂਗੇ। ਅੱਜ ਖਾਦ ਦੀ ਜ਼ਰੂਰਤ ਹੈ, ਮੈਂ ਸਮਝਦਾ ਯੂਰੀਆ ਦੀ ਜ਼ਰੂਰਤ ਹੈ, ਤੇ ਉਹਦੇ ਵਾਸਤੇ ਮੈਂ ਸਮਝਦਾ ਵੀ ਜੰਗੀ ਪੱਧਰ ਦੇ ਉੱਤੇ ਅਗਰ ਫੌਜ ਦੀਆਂ ਗੱਡੀਆਂ ਚਲਾ ਸਕਦੇ ਆ, ਵਾਈ ਨਾਟ। ਆ ਵੀ ਇੱਕ ਮੈਂ ਲੜਾਈ ਹੈ ਜਿਹੜਾ ਕਿਸਾਨ ਲੜ ਰਿਹਾ ਆਪਣੇ ਖੇਤ ਦੇ ਅੰਦਰ, ਉਹਨਾਂ ਦੀ ਫੌਰੀ ਤੌਰ ਤੇ ਉੱਤੇ ਮੇਰੀ ਪਰਸਨਲ ਅਪੀਲ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਪ੍ਰਧਾਨ ਮੰਤਰੀ ਸਾਹਿਬ ਐਡਾ ਕੋ ਪੰਜਾਬ ਨੇ ਤੁਹਾਡਾ ਮਾੜਾ ਨਹੀਂ ਕੀਤਾ। ਹੋ ਸਕਦਾ ਤੁਹਾਡਾ ਕਿਤੇ ਨਾ ਕਿਤੇ ਅਹੰਕਾਰ ਇਹਦੇ ਨਾਲ ਪ੍ਰਭਾਵਿਤ ਹੋ ਰਿਹਾ ਹੋਵੇ, ਪਰ ਅਹੰਕਾਰ ਇੱਕ ਪਾਸੇ ਰੱਖ ਕੇ ਸਾਡੀ ਜਿਹੜੀਆਂ ਬਾਕੀ ਫੈਸਲੇ ਕਰਦੇ ਰਹੋ, ਪੈਸੇਂਜਰ ਟ੍ਰੇਨ ਦੇ, ਮਾਲ ਗੱਡੀਆਂ ਦੇ, ਸਾਡੀ ਜਿਹੜੀ ਖਾਦ ਹੈ ਯੂਰੀਆ ਫੌਰੀ ਤੌਰ ਤੇ ਭੇਜੀ ਜਾਵੇ। ਕੱਲ ਕੀ ਗੱਲਬਾਤ ਹੋਏਗੀ ਕਿਸਾਨਾਂ ਦੇ ਨਾਲ ਜਦੋਂ ਮੁੱਖ ਮੰਤਰੀ ਬੈਠਣਗੇ? ਕਿਉਂਕਿ ਕਾਫੀ ਅਹਿਮ ਮੀਟਿੰਗ ਹੈ। ਮੀਟਿੰਗ ਇਸ ਕਰਕੇ ਵੀ ਅਹਿਮ ਹੈ ਕਿਉਂਕਿ 2 ਵਾਰ ਸੈਂਟਰ ਨੇ ਤਾਂ ਕਿਸਾਨਾਂ ਨਾਲ ਗੱਲਬਾਤ ਕਰ ਲਈ, ਹੁਣ ਮੁੱਖ ਮੰਤਰੀ ਪਹਿਲ ਕਰ ਰਹੇ ਨੇ, ਤਾਂ ਕੀ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਏਗੀ ਤਾਂ ਕਿ ਹੋਮ ਮਿਨਿਸਟਰ ਦੇ ਸਾਹਮਣੇ ਰੱਖੀ ਜਾਵੇ, ਪ੍ਰਧਾਨ ਮੰਤਰੀ ਦੇ ਸਾਹਮਣੇ ਰੱਖੀ ਜਾਵੇ? ਗੱਲ ਬੜੀ ਸਪਸ਼ਟ ਹੈ। ਆ ਜੋ ਕੁਛ ਇਹਦਾ ਸੂਤਰਧਾਰ ਜਿਨ੍ਹਾਂ ਨੇ ਆ ਸਾਰਾ ਰਚਿਆ, ਜਿਹੜੀ ਪੰਜਾਬ ਦੇ ਖਿਲਾਫ ਸਾਜ਼ਿਸ਼ ਹੈ, ਸਾਰੀ ਬੀਜੇਪੀ ਦੀ ਹੈ। ਬੀਜੇਪੀ ਸਰਕਾਰ ਨੂੰ ਇੱਥੇ ਆਉਣ ਚਾਹੁੰਦੀ ਨਹੀਂ। ਆ ਤਾਂ ਉਹ ਹੀ ਹੋ ਰਿਹਾ ਵੀ ਆਪਾਂ ਆਪਣਾ ਘਰ ਸਾੜ ਕੇ ਅੱਗ ਤਪੀ ਜਾਂਦੇ ਆ ਠੰਡ ਤੋਂ ਬਚਣ ਵਾਸਤੇ। ਆਪਣਾ ਘਰ ਕਿਉਂ ਅੱਗ ਫੂਕੀ ਜਾਂਦੇ? ਰੌਲਾ ਤਾਂ ਸਾਡਾ ਬੀਜੇਪੀ ਨਾਲ ਹੈ। ਬੀਜੇਪੀ ਜਿਹੜਾ ਵਿਹਾਰ ਕਰ ਰਹੀ ਹੈ ਪੰਜਾਬ ਦੇ ਨਾਲ, ਇਕੱਲੇ ਕਿਸਾਨਾਂ ਦੇ ਨਾਲ ਨਹੀਂ ਸਾਹਿਬ। ਆ ਜਿਹੜਾ ਹੁਣ ਸੇਕਾ ਪੂਰੇ ਪੰਜਾਬ ਨੂੰ ਲੱਗ ਰਿਹਾ, ਤੇ ਕਿਸਾਨ ਤਾਂ ਆਪ ਇਹਦੇ ਨਾਲ ਭੁਗਤ ਪਊਗੀ। ਜੇ ਯੂਰੀਆ ਵਾਸਤੇ ਸਵੇਰੇ ਹਾਹਾਕਾਰ ਮਚ ਜੂਗੀ, ਕਿੱਧਰ ਜਾਣਗੇ? ਮੇਰੀ ਅਪੀਲ ਹੈ ਬੀਜੇਪੀ ਦੀ ਚਾਲ 'ਚ ਨਾ ਆਓ। ਆ ਜਿਹੜੀ ਲੜਾਈ ਹੈ, ਆ ਲੰਬੀ ਲੜਾਈ ਚੱਲਣੀ ਹੈ। ਜੇ ਅੱਗੇ ਤੇ ਇਸ ਸੋਚੇ ਬੈਠੇ ਆ ਵੀ ਅਸੀਂ 2 ਦਿਨ ਧਰਨਾ ਲਾ ਕੇ ਤੇ ਬੀਜੇਪੀ ਵਾਪਸ ਮੋੜ ਲੂਗੀ, ਆ ਲੰਬੀ ਲੜਾਈ ਲੜਨੀ ਪਊਗੀ। ਰਾਜਨੀਤਿਕ ਤੌਰ ਤੇ ਲਾਮਬੰਦ ਕਰਨੇ ਪੈਣਗੇ। ਸਾਰਾ ਜਿੱਥੇ ਹਿੰਦੁਸਤਾਨ ਨੂੰ ਕਰੀ ਜਾਂਦੇ, ਮੇਰੀ ਅਪੀਲ ਸਾਰੇ ਕਿਸਾਨ ਜਥੇਬੰਦੀਆਂ ਨੂੰ, ਮੈਂ ਚੀਫ ਮਿਨਿਸਟਰ ਸਾਹਿਬ ਵੀ ਸ਼ਾਇਦ ਕੱਲ੍ਹ ਹੀ ਗੱਲ ਕਰਨਗੇ, ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਪੂਰਾ ਪੰਜਾਬ ਕਿਸਾਨੀ ਦੇ ਨਾਲ ਖੜਾ ਹੈ ਅੱਜ। ਪਰ ਆਪਾਂ ਇਸ ਤਰ੍ਹਾਂ ਜੇ ਕਿਸਾਨ ਦੇ, ਵਪਾਰੀਆਂ ਨੂੰ, ਪੰਜਾਬ ਦੇ ਅੱਜ ਸਾਰਿਆਂ ਨੂੰ ਅਗਰ ਆਂਚ ਆ ਰਹੀ ਹੈ, ਤਾਂ ਮੈਂ ਸਮਝਦਾ ਉਹਦੀ ਜ਼ਿੰਮੇਵਾਰੀ ਵੀ ਕਿਸਾਨ ਜਥੇਬੰਦੀਆਂ ਦੀ ਬਣਦੀ ਹੈ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ। ਉਹਨਾਂ ਦਾ ਸਹਿਯੋਗ ਕਿਉਂ ਆਪਾਂ ਉਹਨੂੰ ਸੇਕਾ ਦੇਈ ਜਾਂਦੇ? 26-27 ਨੂੰ ਤੁਸੀਂ ਧਰਨੇ 'ਚ ਨਾਲ ਬੈਠੋਗੇ, ਨਾਲ ਤੁਸੀਂ ਜਾਓਗੇ ਜੋ ਦਿੱਲੀ ਕੂਚ ਦੀ ਗੱਲ ਕੀਤੀ? ਅਸੀਂ ਤਾਂ ਸਾਰਾ ਕੁਝ ਦਾਅਵ ਤੇ ਲਾ ਰੱਖਿਆ। ਕਹਿੰਦੇ ਨਾ ਸਾਡੇ ਵਾਲੀ ਤਾਂ ਕਹਿੰਦਾ ਮੁਰਗੇ ਕੀ ਜਾਨਗੀਰ ਖਾਣੇ ਵਾਲੇ ਕੋ ਸਵਾਦ ਹੀ ਨਹੀਂ ਹੈ। ਪੂਰੀ ਸਰਕਾਰ ਇਸ ਗੱਲ ਦਾਅਵ ਤੇ ਲੱਗੀ ਖੜੀ ਹੈ। ਕੈਪਟਨ ਸਾਹਿਬ ਨੇ ਕਹਿਤਾ ਵੀ ਮੈਨੂੰ ਕੁਰਸੀ ਕਾਰਸੀ ਦੀ ਕੋਈ ਪਰਵਾਹ ਨਹੀਂ ਹੈ। ਤੇ ਅਸੀਂ ਤਾਂ ਕਿਸਾਨਾਂ ਦੇ ਨਾਲ ਖੜੇ ਹਾਂ, ਪਰ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਪੰਜਾਬ ਉਹਨਾਂ ਦੇ ਨਾਲ ਖੜਾ ਹੈ। ਉਹਨਾਂ ਦੇ ਕੰਨੇ ਵਿੱਚ ਆ ਕੇ ਲੜਾਈ ਜਿਹੜੀ ਹੈ, ਅੱਜ ਜਿਹੜੀ ਨਿਗਾਹ ਸਾਡੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਅਰਜੁਨ ਦੀ ਅੱਖ ਸੀਗੀ ਚਿੜੀ ਦੀ ਅੱਖ ਦੇ ਵਿੱਚ, ਵੀ ਉਹ ਮੇਰੀ ਨਿਗਾਹ ਤਾਂ ਉਹਦੇ 'ਚ ਹੈ, ਮੈਨੂੰ ਨਾ ਚਿੜੀ ਦਿਸਦੀ ਨਾ ਪੇੜ ਦਿਸਦਾ। ਅੱਜ ਕਿਸਾਨਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਵੀ ਆ ਜੋ ਕੁਝ ਵੀ ਹੋ ਰਿਹਾ, ਆ ਬੀਜੇਪੀ ਸਰਕਾਰ ਕਰ ਰਹੀ ਹੈ ਕੇਂਦਰ 'ਚ ਬੈਠ ਕੇ, ਤੇ ਉਹਨਾਂ ਦੇ ਭਾਈਵਾਲ ਜਿਹੜੇ ਅਕਾਲੀ ਹੈ ਜਿਨ੍ਹਾਂ ਨੇ ਬੀਜ ਬੋਏ ਹੈ, ਉਹ ਲੋਕ ਕਰ ਰਹੇ ਆ, ਤੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਮੋਰਚਾ। ਡਾਕਟਰ ਸਾਹਿਬ ਆਖਰੀ ਸਵਾਲ, ਪ੍ਰਧਾਨ ਮੰਤਰੀ ਕੋ ਸਮਾਂ ਮੰਗਿਆ ਮੁੱਖ ਮੰਤਰੀ ਨੇ, ਵਿਰੋਧੀ ਪਾਰਟੀ ਕਹਿ ਰਹੀ ਹੈ ਕਿ ਆਲ ਪਾਰਟੀ ਮੀਟਿੰਗ ਜਾਣੀ ਚਾਹੀਦੀ ਸੀ, ਸਾਰਿਆਂ ਨੂੰ ਨਾਲ ਚੱਲਣਾ ਚਾਹੀਦਾ ਸੀਗਾ, ਇਕੱਲੇ ਮੁੱਖ ਮੰਤਰੀ ਨੇ। ਦੇਖੋ ਜਦੋਂ ਕੋਈ ਟਾਈਮ ਮਿਲ ਜਾਂਦਾ ਸਾਰਿਆਂ ਨੂੰ ਲੈ ਕੇ ਸਾਨੂੰ ਜਾਣ 'ਚ ਕੋਈ ਇਤਰਾਜ਼ ਨਹੀਂ। ਜਦੋਂ ਪਹਿਲਾਂ ਵੀ ਕਿਹਾ ਸੀ, ਉਦੋਂ ਜਦੋਂ ਗਏ ਰਾਸ਼ਟਰਪਤੀ ਕੋਲ ਜਾਣ ਨੂੰ ਕਹਿੰਦੇ ਸੀ, ਉਦੋਂ ਕਹਿੰਦੇ ਸੀ ਜਾਂਦੇ ਨਹੀਂ। ਅੱਜ ਪ੍ਰਧਾਨ ਮੰਤਰੀ ਕੋਲ ਜਾਣ ਨੂੰ ਤਿਆਰ ਹੋਏ ਖੜੇ। ਦੇਖੋ ਜਿਸ ਤਰ੍ਹਾਂ ਬੀਜੇਪੀ ਕਰ ਰਹੀ ਹੈ ਵੀ ਅਸੀਂ ਪੈਸੇਂਜਰ ਟ੍ਰੇਨ ਉਦੋਂ ਮਾਲ ਗੱਡੀਆਂ ਉਦੋਂ ਤਾਂ ਨਹੀਂ ਚਲਾਉਂਦੇ, ਪੈਸੇਂਜਰ ਨਹੀਂ ਚੱਲਦੇ, ਸਵੇਰੇ ਕਹਿ ਦੇਣਗੇ ਵੀ। ਮੇਰਾ ਇੱਕੋ ਹੀ ਸਵਾਲ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ, ਜੀ ਪ੍ਰਧਾਨ ਮੰਤਰੀ ਸਾਹਿਬ ਰੇਲਵੇ ਤਾਂ ਤੁਸੀਂ ਇਸ ਕਰਕੇ ਨਹੀਂ ਚਲਾ ਰਹੇ ਵੀ ਪੈਸੇਂਜਰ ਨਹੀਂ ਚੱਲਣ ਦਿੰਦੇ, ਤੇ ਸਾਡਾ ਜੀਐਸਟੀ ਪੈਸੇਂਜਰ ਟ੍ਰੇਨ ਨਾਲ ਬੰਨਿਆ, ਗੱਡੇ ਨਾਲ ਕੱਟਾ ਬੰਨਿਆ। ਕਹਿੰਦੇ ਜੀ ਮੈਂ ਤਾਂ ਗੱਡਾ ਦੇ ਨਹੀਂ ਸਕਦਾ, ਕੱਟਾ ਬੰਨਿਆ। ਉਹ ਕਰੀ ਜਾਂਦੀ ਹੈ ਬੀਜੇਪੀ ਸਰਕਾਰ। ਸਾਡਾ ਜਿਹੜਾ 1100 ਕਰੋੜ ਰੁਪਈਆ ਆਰਡੀਐਫ ਹੈ ਉਹ ਰੋਕੀ ਬੈਠੇ, ਉਹ ਰਿਲੀਜ਼ ਕਰ ਦਿਓ। ਸਾਡਾ 11,000 ਕਰੋੜ ਰੁਪਈਆ ਜੀਐਸਟੀ ਦਾ, 10,800 ਕਰੋੜ ਰੁਪਈਆ ਜੀਐਸਟੀ ਦਾ ਬਕਾਇਆ ਪਿਆ, ਉਹ ਦੇ ਦਿਓ। ਉਹਦੇ 'ਚ ਕਿਤੇ ਕਿਸਾਨ ਯੂਨੀਅਨ ਅੜੀ ਬੈਠੀ ਹੈ,
ਉਹਨਾਂ ਨੇ ਤਾਂ ਪੰਜਾਬ ਦੇ ਨਾਲ ਮਤਰੇਈ ਮਾਲ ਵਿਵਹਾਰ ਕਰਨਾ ਹੈ, ਕਿਉਂਕਿ ਪੰਜਾਬ ਦਾ ਕਿਸਾਨ ਤੇ ਪੰਜਾਬ ਦੇ ਨਾਲ ਸਾਡੀ ਜਿਹੜੀ ਕਾਂਗਰਸ ਸਰਕਾਰ ਹੈ ਕਿਸਾਨਾਂ ਦੀ ਉਹਨਾਂ ਦੇ ਨਾਲ ਖੜੀ ਹੈ, ਉਹਦੇ ਕਰਕੇ ਉਹਨਾਂ ਦੀ ਸਾਡੇ ਕੰਨੀ ਕੌੜੀ ਅੱਖ ਹੈ। ਪੰਜਾਬ ਡਿਸਟਰਬ ਤੁਸੀਂ ਕਹਿ ਰਹੇ ਹੋ ਕਿ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਸਰਕਾਰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਸਰਕਾਰ ਤੋੜਨ ਦਾ ਤਾਂ ਉਹਨਾਂ ਨੂੰ ਡਰ ਵੇ, ਜਿਨ੍ਹਾਂ ਨੂੰ ਕੋਈ ਇਸ ਗੱਲ ਦਾ ਵੀ ਕੁਰਸੀ ਨਾਲ ਲਗਾਓ ਅਕਾਲੀਆਂ ਵਾਂਗੂ। ਕੈਪਟਨ ਸਾਹਿਬ ਤਾਂ ਪਹਿਲੇ ਦਿਨ ਕਹੀ ਬੈਠੇ ਵੀ ਤੋੜ ਕੇ ਤੁਸੀਂ ਇਲੈਕਸ਼ਨ ਅੱਜ ਮੈਂ ਕਹਿੰਦਾ ਵੀ ਇਹਦੇ ਤੇ ਰੈਫਰੈਂਡਮ ਹੀ ਹੋ ਜਾਣਾ ਚਾਹੀਦਾ। ਰੈਫਰੈਂਡਮ ਕਹਿੰਦੇ ਤੇ ਤੁਸੀਂ ਕਹਿ ਰਹੇ ਮੈਂ ਕਿਸਾਨੀ ਮੁੱਦੇ ਦੇ ਉੱਤੇ ਵੀ ਆ ਜੋ ਕੁਝ ਹੋ ਰਿਹਾ ਅੱਜ ਪੰਜਾਬ ਦੇ ਨਾਲ, ਪੰਜਾਬ ਨੂੰ ਤੁਸੀਂ ਬਣਾ ਕੇ ਛੱਡਦਾ ਵੀ ਜਿਵੇਂ ਕੋਈ ਦੁਸ਼ਮਣ ਮੁਲਕ ਹੋਵੇ। ਅਸੀਂ ਹਿੰਦੁਸਤਾਨ ਵਾਸਤੇ ਅਭਿੰਨ ਅੰਗ ਹੈ ਪੰਜਾਬ। ਤੁਸੀਂ ਵੱਡਾ ਬਿਆਨ ਦੇ ਰਹੇ ਹੋ, ਰੈਫਰੈਂਡਮ ਕਿਵੇਂ ਹੋਣਾ ਚਾਹੀਦਾ? ਤੁਸੀਂ ਕਹਿ ਰਹੇ ਹੋ ਰੈਫਰੈਂਡਮ ਕਿਸਾਨੀ ਇਸ ਮੁੱਦੇ ਦੇ ਉੱਤੇ ਵੀ ਪੰਜਾਬ ਦੇ ਨਾਲ ਜੋ ਵਿਤਕਰਾ ਕੇਂਦਰ ਸਰਕਾਰ ਕਰ ਰਹੀ ਹੈ ਉਹਦੇ ਉੱਤੇ ਵੋਟਾਂ ਪੈ ਜਾਣ। ਜਦੋਂ ਐਤਕੀ ਇਲੈਕਸ਼ਨ ਹੋਊਗਾ ਸਾਰੇ ਗੱਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ। ਤਾਂ ਸੁਨੀਲ ਜਾਖੜ ਵੱਡੀ ਸਟੇਟਮੈਂਟ ਦੇ ਰਹੇ ਨੇ ਕਿ ਕਿਸਾਨੀ ਦੇ ਮਸਲੇ ਤੇ ਰੈਫਰੈਂਡਮ ਹੋਣਾ ਚਾਹੀਦਾ ਹੈ ਔਰ ਕਹਿ ਰਹੇ ਨੇ ਕਿ ਵੋਟਾਂ ਪੈਣੀਆਂ ਚਾਹੀਦੀਆਂ ਨੇ ਜੋ ਤਰੀਕੇ ਦੇ ਨਾਲ ਕੇਂਦਰ ਸਰਕਾਰ ਦਾ ਵਤੀਰਾ ਜਿਹੜਾ ਹੋ ਰਿਹਾ ਹੈ ਔਰ ਖੁੱਲ ਕੇ ਗੱਲਬਾਤ ਜਿਹੜੀ ਹੈ ਕਿਸਾਨੀ ਦੇ ਮੁੱਦੇ ਤੇ ਵੀ ਔਰ ਨਾਲ ਹੀ ਨਾਲ ਜੋ ਵੀਆਈਪੀ ਸਿਕਿਉਰਿਟੀ ਵੀਆਈਪੀ ਸੁਰੱਖਿਆ ਜਿਹੜੀ ਪੰਜਾਬ 'ਚ ਇੱਕ ਕਲਚਰ ਬਣਿਆ ਹੋਇਆ ਉਸ ਮੁਤਲਕ ਵੀ ਗੱਲਬਾਤ ਕੀਤੀ। ਸੋ ਬਿਕਰਮ ਮਜੀਠੀਆ ਵੱਲੋਂ ਮਜੀਠੀਆ ਦੀ ਸੁਰੱਖਿਆ ਵਾਪਸੀ ਨੂੰ ਲੈ ਕੇ ਸੁਨੀਲ ਜਾਖੜ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ, ਜਿੱਥੇ ਉਹਨਾਂ ਨੇ ਕੇਂਦਰ ਦੇ ਫੈਸਲੇ ਤੇ ਸਵਾਲ ਖੜੇ ਕੀਤੇ ਨੇ। ਉੱਥੇ ਹੀ ਸੁਨੀਲ ਜਾਖੜ ਨੇ ਕਿਹਾ ਕਿ ਜਦੋਂ ਗਾਂਧੀ ਪਰਿਵਾਰ ਦੀ ਸੁਰੱਖਿਆ ਵਾਪਸ ਲਈ ਗਈ ਸੀ ਤਾਂ ਉਦੋਂ ਅਕਾਲੀ ਦਲ ਨੇ ਸਵਾਲ ਖੜੇ ਕਿਉਂ ਨਹੀਂ ਕੀਤੇ? ਜੇਕਰ ਉਦੋਂ ਸਵਾਲ ਖੜੇ ਕੀਤੇ ਹੁੰਦੇ, ਉਦੋਂ ਵਿਰੋਧ ਕੀਤਾ ਹੁੰਦਾ ਤੇ ਸ਼ਾਇਦ ਅਜਿਹਾ ਨਾ ਹੁੰਦਾ। ਉੱਥੇ ਨੇ ਕਿਹਾ ਕਿ ਬੀਜੇਪੀ ਅਜਿਹੇ ਕਦਮਾਂ ਜਾਂ ਹੇਠੀ ਦਿਖਾਉਣਾ ਚਾਹੁੰਦੀ ਹੈ। ਇਹ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ। ਸੁਰੱਖਿਆ ਕਵਰ ਦਾ ਖਤਰੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਸੁਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਬੀਜੇਪੀ ਅਜਿਹੇ ਕਦਮ ਜਾਂ ਹੇਠੀ ਦਿਖਾਉਣ ਦੇ ਲਈ ਚੁੱਕਦੀ ਹੈ ਜਾਂ ਅਦਾਕਾਰਾਂ ਤੇ ਸਿਆਸੀ ਲੀਡਰਾਂ ਨੂੰ ਲੁਭਾਉਣ ਦੇ ਲਈ ਚੁੱਕਦੀ ਹੈ। ਇਹ ਵੀ ਕਿਹਾ ਗਿਆ ਸੁਨੀਲ ਜਾਖੜ ਦੇ ਵੱਲੋਂ। ਦਰਅਸਲ ਬਿਕਰਮ ਮਜੀਠੀਆ ਦੀ ਕੇਂਦਰ ਦੇ ਵੱਲੋਂ ਸੁਰੱਖਿਆ ਜੈਡ ਪੱਧਰੀ ਸੁਰੱਖਿਆ ਵਾਪਸ ਲਈ ਗਈ ਹੈ, ਜਿੱਥੇ ਕਿ ਅਕਾਲੀ ਦਲ ਨੇ ਇਸ ਫੈਸਲੇ ਤੇ ਸਵਾਲ ਖੜੇ ਕੀਤੇ ਨੇ। ਇਸ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਉੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਵੀ ਸਾਹਮਣੇ ਆਇਆ। ਉਹਨਾਂ ਨੇ ਵੀ ਕੇਂਦਰ ਸਰਕਾਰ ਦੇ ਇਸ ਫੈਸਲੇ ਤੇ ਸਵਾਲ ਉਠਾਏ ਨੇ। ਉੱਥੇ ਉਹਨਾਂ ਨੇ ਕਿਹਾ ਕਿ ਗਾਂਧੀ ਪਰਿਵਾਰ ਦੀ ਜਿਹੜੀ ਸੁਰੱਖਿਆ ਵਾਪਸ ਲਈ ਗਈ ਹੈ ਉਹ ਸੁਰੱਖਿਆ ਵੀ ਵਾਪਸ ਕੀਤੀ ਜਾਵੇ। ਨਾਲ ਹੀ ਉਹਨਾਂ ਨੇ ਕਿਹਾ ਕਿ ਉਸ ਵੇਲੇ ਗਾਂਧੀ ਪਰਿਵਾਰ ਦੀ ਜਦੋਂ ਸੁਰੱਖਿਆ ਵਾਪਸ ਲਈ ਗਈ ਸੀ ਤਾਂ ਉਸ ਵੇਲੇ ਅਕਾਲੀ ਦਲ ਨੇ ਸਵਾਲ ਖੜੇ ਕਿਉਂ ਨਹੀਂ ਕੀਤੇ? ਜੇਕਰ ਉਦੋਂ ਵਿਰੋਧ ਕੀਤਾ ਹੁੰਦਾ ਤੇ ਅੱਜ ਅਜਿਹਾ ਨਾ ਹੁੰਦਾ। ਤੋ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਬਿਕਰਮ ਮਜੀਠੀਆ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ, ਜਿੱਥੇ ਅਕਾਲੀ ਦਲ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ। ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਸਿੱਧੇ ਤੌਰ ਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਅਕਾਲੀ ਲੀਡਰਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਵੱਲੋਂ ਕੇਂਦਰ ਦੇ ਵੱਲੋਂ ਸਿਆਸਤ ਤੋਂ ਪ੍ਰੇਰਿਤ ਇਸ ਫੈਸਲੇ ਨੂੰ ਅਕਾਲੀ ਦਲ ਦੇ ਵੱਲੋਂ ਦੱਸਿਆ ਜਾ ਰਿਹਾ ਹੈ। ਉੱਥੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਅਕਾਲੀਆਂ ਨੂੰ ਕੇਂਦਰ ਦੇ ਕਦਮ ਦੇ ਨਾਲ ਘਬਰਾਉਣ ਦੀ ਲੋੜ ਨਹੀਂ ਹੈ। ਸੁਰੱਖਿਆ ਕਵਰ ਦਾ ਖਤਰੇ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਇਹ ਵੀ ਕਿਹਾ ਸੁਨੀਲ ਜਾਖੜ ਨੇ। तो साडे नाल बीजेपी आगू अनिल सरीन भी जुड़े हुए ने। जी अनिल जी, तुहाडा बहुत बहुत स्वागत है न्यूज़ 18 पंजाब हरियाणा हिमाचल ते। सुरक्षा वापस ली गई है बिकरम मजीठिया दी, केंद्र दे वल्लों अकाली दल इस फैसले ते सवाल खड़े कर रहा है। अकाली दल का कहना है कि फैसला सियासत तो प्रेरित है, अकाली लीडरां दी जान नूं खतरे विच पाया जा रहा है। की कहोगे? नहीं, मैं इस बारे यही कहूँगा कि हर एक बंदे की सिक्योरिटी समय टू समय इंटेलिजेंस रिपोर्ट के मुताबिक तय की जाती है और रिव्यू की जाती है। और ऐसे तरीके नाल ही सिक्योरिटी डिफरेंट लेवल पे जो असं लोग इन्वॉल्व नहीं होंगे तो सरकारी पद्धर उत्ते और एजेंसीज का काम है। और उन्होंने जो ठीक समझा होगा उस सिक्योरिटी पहले दी थी और हुण जो ठीक समझा उस सिक्योरिटी उन्होंने डाउनग्रेड की है। साडे विजय सांपला जी स्टेट प्रेजिडेंट रहे ने, केंद्र के मंत्री रहे ने, उन्होंने बुलेट प्रूफ वैसे प्रोवाइड की वाइस सिक्योरिटी दी गई सी और जो पद तो मुक्त होए उन्होंने डाउनग्रेड की गई। इसे तरीके शुएब मलिक जी साडे स्टेट प्रधान सी और मैंबर पार्लीमेंट ने उन्होंने वाइस सिक्योरिटी सी और डाउन की गई। तो ये राजनीति कितों आ गई? सरीन साहब अकाली दल टाइमिंग ते सवाल खड़े कर रहे हैं। अकाली दल नहीं, टाइमिंग किस गल दी होंदी है? जे 4 दिन पहले कर रहे थे वो ठीक बने रहो सरीन साहब, साडे नाल बने रहो। साडे नाल अकाली आगू दलजीत चीमा भी जुड़े हुए ने।
ਚੀਮਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਅਨਿਲ ਸਰੀਨ ਵੀ ਜੁੜੇ ਹੋਏ ਨੇ, ਬੀਜੇਪੀ ਦੇ ਆਗੂ। ਉਹ ਕਹਿ ਰਹੇ ਨੇ ਕਿ ਇੱਕ ਨਾਰਮਲ ਪ੍ਰਕਿਰਿਆ ਹੈ, ਕਈ ਭਾਜਪਾ ਦੇ ਆਗੂ ਨੇ ਜਿਹੜੇ ਉਹਨਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ, ਇਹ ਫੈਸਲਾ ਕੋਈ ਸਿਆਸਤ ਤੋਂ ਪ੍ਰੇਰਿਤ ਨਹੀਂ ਹੈ। ਦੇਖੋ ਗੱਲ ਇਹ ਹੈ ਕਿ ਜਿਹੜੀ ਮਜੀਠੀਆ ਸਾਹਿਬ ਦੀ ਸੁਰੱਖਿਆ ਹੈਗੀ ਹੈ 2010 ਨੂੰ ਚਾਲੂ ਹੋਈ ਸੀਗੀ, ਜਦੋਂ ਕਾਂਗਰਸ ਦੀ ਯੂਪੀਏ ਦੀ ਉਸ ਵੇਲੇ ਸਰਕਾਰ ਸੀ, ਚਿਦੰਬਰਮ ਸਾਹਿਬ ਹੋਮ ਮਿਨਿਸਟਰ ਸੀ ਜੀ। ਔਰ ਥ੍ਰੈਟ ਪਰਸੈਪਸ਼ਨ ਦੇ ਬੇਸ ਦੇ ਉੱਤੇ ਉਦੋਂ ਦੀ ਸੁਰੱਖਿਆ ਜਿਹੜੀ ਹੈ ਉਹਨਾਂ ਦੀ ਕੰਟੀਨਿਊ ਹੁੰਦੀ। ਇਸ ਕਰਕੇ ਜੈਡ ਪਲੱਸ ਸਿਕਿਉਰਿਟੀ ਦੀ ਕਦੀ ਵੀ ਜਿਹੜੀ ਸੁਰੱਖਿਆ ਇਸ ਤਰੀਕੇ ਓਵਰਨਾਈਟ ਸਾਰੀ ਨਹੀਂ ਹਟਾਈ ਜਾਂਦੀ ਹੁੰਦੀ। ਇਹ ਠੀਕ ਹੈ ਕਿ ਸਮੇਂ ਦੇ ਹਿਸਾਬ ਦੇ ਨਾਲ ਕਦੀ ਸੁਰੱਖਿਆ ਵਧਾਈ ਜਾਂਦੀ ਹੈ, ਥੋੜੀ ਬਹੁਤੀ ਜਿਹੜੀ ਹੈ ਕਿ ਲੱਗੇ ਤੱਕ ਘਟਾਈ ਜਾ ਸਕਦੀ ਹੈ। ਇਹ ਗੱਲ ਤਾਂ ਪ੍ਰੋਫੈਸ਼ਨਲੀ ਸਮਝ ਆਉਂਦੀ ਹੈ ਕਿ ਅਸੈਸਮੈਂਟ ਏਜੰਸੀਆਂ ਕਰਦੀਆਂ, ਪਰ ਸਾਰੀ ਦੀ ਸਾਰੀ ਸੁਰੱਖਿਆ ਤੁਸੀਂ ਕਿਸੇ ਦੀ ਇੱਕ ਦਿਨ ਜੈਡ ਪਲੱਸ ਤੇ ਬੈਸਟ ਤੇ ਜ਼ੀਰੋ। ਇਹ ਚੀਮਾ ਸਾਹਿਬ ਵਜ੍ਹਾ ਕੀ ਮੰਨਦੇ ਹੋ ਇਸ ਫੈਸਲੇ ਦੇ ਪਿੱਛੇ, ਮਨਸ਼ਾ ਕੀ ਮੰਨਦੇ ਹੋ ਤੁਸੀਂ? ਇਹ ਤਾਂ ਵਜ੍ਹਾ ਤਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਹੋਮ ਮਿਨਿਸਟਰੀ ਨੂੰ ਪੁੱਛੋ, ਜਿਹੜੇ ਅਫਸਰ ਡਿਸੀਜਨ ਲੈਂਦੇ ਆ ਕਿ ਇਹ ਡਿਸੀਜਨ ਮੈਰਿਟ ਤੇ ਨਹੀਂ, ਸਿਆਸਤ ਤੋਂ ਪ੍ਰੇਰਿਤ ਮੰਨਦੇ ਹੋ ਤੁਸੀਂ ਇਸ ਫੈਸਲੇ ਨੂੰ? ਸਿਆਸਤ ਤੋਂ ਪ੍ਰੇਰਿਤ ਮੰਨਦੇ ਹੋ? ਤੁਸੀਂ ਉਹਨੂੰ ਆਰਡਰ ਕਰਦੇ ਹੋ ਕਿ ਤੇਰੀ ਸਿਕਿਉਰਿਟੀ ਵਿਡਰਾਉਣਾ ਹੈ, ਇਹਦਾ ਮਤਲਬ ਜਾਂ ਤਾਂ ਤੁਸੀਂ ਪਹਿਲਾਂ ਗਲਤ ਕੀਤੀ ਹੈ ਜਾਂ ਫਿਰ ਤੁਸੀਂ ਵਿਡਰਾ ਗਲਤ ਕੀਤੀ ਹੈ। ਇਹਦੇ ਚ ਪ੍ਰੋਫੈਸ਼ਨਲਿਜ਼ਮ ਤਾਂ ਕਿਤੇ ਵੀ ਨਜ਼ਰ ਨਹੀਂ ਆਉਂਦਾ ਜੀ। ਸਾਡੇ ਨਾਲ ਚੀਮਾ ਸਾਹਿਬ ਸਰੀਨ ਸਾਹਿਬ ਵੀ ਜੁੜੇ ਨੇ। ਸਰੀਨ ਸਾਹਿਬ, ਚੀਮਾ ਸਾਹਿਬ ਕਹਿ ਰਹੇ ਪ੍ਰੋਫੈਸ਼ਨਲਿਜ਼ਮ ਕਿਤੇ ਵੀ ਨਜ਼ਰ ਨਹੀਂ ਆਉਂਦਾ ਜਿਹੜੀ ਸੁਰੱਖਿਆ ਵਾਪਸ ਲਈ ਗਈ ਹੈ। ਨਹੀਂ, ਮੈਂ ਚੀਮਾ ਜੀ ਦੀ ਗੱਲ ਨਾਲ ਸਹਿਮਤ ਨਹੀਂ ਹੈਗਾ। ਚੀਮਾ ਜੀ ਬਹੁਤ ਸਿਆਣੇ ਔਰ राजनेता ने और मेरे बड़े अच्छे मित्र भी ने पर्सनल लेवल से भी, लेकिन मैं ये कहूँगा कि कोई राजनीति और सरल में भी नहीं चाहिए। देखो, कोई भी सरकार राजनीतिक तौर पर सो इस करके इस कोई राजनीति नहीं, समय टू समय चीमा जी आप समय टू समय रिव्यू होती है, तो रिव्यू हुई है, बंदे डिसीजन लेता है और ਇਹਦੇ ਚ ਕੋਈ ਐਸਾ ਦੀ ਰਾਜਨੀਤੀ ਖੇਡੀ ਜਾਵੇ ਜਾਂ ਐਸਾ ਕੋਈ ਹੋਵੇ। ਮੈਂ ਸਮਝਦਾ ਕਿ ਕਿਸੇ ਵੀ ਸਰਕਾਰ, ਕੋਈ ਵੀ ਸਰਕਾਰ ਹੋਵੇ, ਉਹ ਕੋਈ ਵੀ ਜਿਹੜੀ ਹੈ ਥ੍ਰੈਟ ਪਰਸੈਪਸ਼ਨ ਹੁੰਦੀ ਹੋਵੇ ਤੇ ਬੰਦੇ ਨੂੰ ਸਿਕਿਉਰਿਟੀ ਤੋਂ ਵਿਡਰਾ ਕਰੇ, ਐਸਾ ਕਦੀ ਨਹੀਂ ਹੁੰਦਾ। ਪਰ ਸਰੀਨ ਸਾਹਿਬ ਅਕਾਲੀ ਦਲ ਕਹਿ ਰਿਹਾ ਕਿ ਮਜੀਠੀਆ ਨੂੰ ਕਈ ਵਾਰ ਜਿਹੜੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ, ਜੇ ਮਜੀਠੀਆ ਨੂੰ ਕੁਝ ਹੋਇਆ ਤਾਂ ਕੇਂਦਰ ਦੀ ਜ਼ਿੰਮੇਵਾਰੀ ਹੋਵੇਗੀ। ਦੇਖੋ, ਇਹ ਜੋ ਚਾਹ ਕਹਿ ਸਕਦੇ ਨੇ, ਆਪਣੇ ਮਾਲਕ ਨੇ ਆਪਣੇ ਪਾਰਟੀ ਦਾ ਰੁਖ ਰੱਖਣ ਦੇ ਵਿੱਚ, ਔਰ ਇਹਦੇ ਚ ਮੈਂ ਸਮਝਦਾ ਕਿ ਐਜ਼ ਬੀਜੇਪੀ ਦੇ ਰਿਪਰੈਜ਼ੈਂਟੇਟਿਵ ਜਾਂ ਅਕਾਲੀ ਦਲ ਦੇ ਰਿਪਰੈਜ਼ੈਂਟੇਟਿਵ ਅਸੀਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਇਹ ਰਿਵਿਊ ਜਿਹੜਾ ਹੈਗਾ ਇਹ ਗਵਰਨਮੈਂਟ ਏਜੰਸੀਜ਼ ਦੇ ਥ੍ਰੈਟ ਪਰਸੈਪਸ਼ਨ ਦੇ ਹਿਸਾਬ ਨਾਲ ਹੁੰਦਾ ਹੈਗਾ। ਸੋ ਇਸ ਦੇ ਵਿੱਚ ਅਸੀਂ ਪੋਲੀਟੀਕਲੀ ਕਮੈਂਟ ਕਰੀਏ, ਮੈਂ ਨਹੀਂ ਸਮਝਦਾ ਕਿ ਇਹ ਕੋਈ ਅੱਛੀ ਗੱਲ ਹੈ। ਠੀਕ ਹੈ ਚੀਮਾ ਸਾਹਿਬ ਸਰੀਨ ਸਾਹਿਬ ਕਹਿ ਰਹੇ ਰਾਜਨੀਤੀ ਨਾਲ, ਸਿਆਸਤ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ, ਹਰ ਕੋਈ ਵੀ ਸਿਆਸੀ ਆਗੂ ਉਸ ਦੀ ਸਿਕਿਉਰਿਟੀ ਦਾ ਕੁਝ ਸਮੇਂ ਬਾਅਦ ਰਿਵਿਊ ਹੁੰਦਾ ਹੈ। ਕਾਮਰੇਡ ਪਰਵਿੰਦਰ ਸਿੰਘ ਦੀ ਸੁਰੱਖਿਆ ਏਜੰਸੀਆਂ ਨੇ ਸਿਕਿਉਰਿਟੀ ਵਿਡਰਾ ਕੀਤੀ ਔਰ ਉਹਦਾ ਨਤੀਜਾ ਕੀ ਨਿਕਲਿਆ? ਸਾਡੇ ਸਾਰਿਆਂ ਦੇ ਸਾਹਮਣੇ ਆ ਕਿ ਸਿਕਿਉਰਿਟੀ ਕੁਐਸਚਨ ਵਿਡਰਾ ਹੋਈ ਤੇ ਉਹਨਾਂ ਤੇ ਅਟੈਕ ਹੋਇਆ ਤੇ ਉਹਨਾਂ ਦੀ ਜਾਨ ਜਾਂਦੀ ਰਹੀ। ਇਸ ਕਰਕੇ ਇਸ ਪਾਸੇ ਜਿਹੜਾ ਰਾਜਨੀਤੀ ਨੂੰ ਨਹੀਂ ਤੱਕਣਾ ਚਾਹੀਦਾ। ਮੈਂ ਇਹ ਕਿਹਾ ਨਾ, ਰਿਵਿਊ ਹੁੰਦੀ ਹੈ ਤਾਂ ਰਿਵਿਊ ਏਦਾਂ ਨਹੀਂ ਹੁੰਦੀ ਕਿ ਅੱਜ ਜੱਜ ਪਲੱਸ ਹੈ ਤੇ ਕੱਲ ਜ਼ੀਰੋ ਹੈ। ਰਿਵਿਊ ਹੁੰਦੀਆਂ ਨੇ ਕਿ ਅੱਜ ਜੱਜ ਪਲੱਸ ਹੈ, ਕੱਲ ਨੂੰ ਜੱਜ ਕਰ ਦਿਓਗੇ, ਵਾਈ ਪਲੱਸ ਕਰ ਦਿਓਗੇ, ਵਾਈ ਕਰ ਦਿਓਗੇ, ਥੋੜੀ ਬਹੁਤੀ ਸਿਕਿਉਰਿਟੀ ਚੇਂਜ ਕੀਤੀ ਜਾਂਦੀ ਹੈ। ਆਹ ਲੋ ਕੋਈ ਸਡਨ ਇੱਕ ਦਿਨ ਦੇ ਵਿੱਚ ਕਦੀ ਵੀ ਕੋਈ ਜਿਹੜੀ ਸੁਰੱਖਿਆ ਇਸ ਤਰ੍ਹਾਂ ਹਟਾਈ ਨਹੀਂ ਜਾਂਦੀ। ਨਾ ਥ੍ਰੈਟ ਪਰਸੈਪਸ਼ਨ ਓਵਰਨਾਈਟ ਕਦੀ ਖਤਮ ਹੁੰਦੀ ਹੈ। ਹਾਂਜੀ ਸਰੀਨ ਸਾਹਿਬ, ਚੀਮਾ ਸਾਹਿਬ ਕਹਿ ਰਹੇ ਕਿ ਜੱਡ ਤੋਂ ਬਿਲਕੁਲ ਜ਼ੀਰੋ ਕਰ ਦਿਓ, ਇਹ ਕੋਈ ਰਿਵਿਊ ਨਹੀਂ ਹੁੰਦਾ। ਦੇਖੋ, ਗੱਲ ਹੁੰਦੀ ਹੈ ਕਿ ਜਿਹੜੀ ਸੈਂਟਰਲ ਗਵਰਨਮੈਂਟ ਸਿਕਿਉਰਿਟੀ ਦਿੰਦੀ ਹੈ ਉਹ ਆਪਣੀ ਇੰਟੈਲੀਜੈਂਸ ਏਜੰਸੀ ਦੇ ਤਾਰ ਦਿੰਦੀ ਹੈ, ਔਰ ਜਿਹੜੀ ਸਟੇਟ ਗਵਰਨਮੈਂਟ ਏਜੰਸੀ ਦਿੰਦੀ ਹੈ ਉਹ ਆਪਣੀ ਇੰਟੈਲੀਜੈਂਸ ਏਜੰਸੀ ਦੇ ਰਿਪੋਰਟ ਦੇ ਮੁਤਾਬਕ ਦਿੰਦੀ ਹੈ ਜੀ। ਠੀਕ ਹੈ, ਜੋ ਅੱਜ ਦਿਖ ਰਿਹਾ ਹੈਗਾ ਇਹਦਾ ਮਤਲਬ ਸੈਂਟਰ ਦੀ ਏਜੰਸੀ ਦੇ ਮੁਤਾਬਕ ਜਿਹੜਾ ਹੈਗਾ ਵਾ ਇਹ ਉਸ ਦੀ ਰਿਸਪੌਂਸਿਬਿਲਟੀ ਨਹੀਂ ਬਣਦੀ ਹੋਈ ਹੈ ਇਸ ਲੈਵਲ ਦੇ ਥ੍ਰੈਟ ਪਰਸੈਪਸ਼ਨ ਦੀ। ਸਰੀਨ ਸਾਹਿਬ, ਜੋ ਅਕਾਲੀ ਦਲ ਦਾ ਇਤਰਾਜ਼ ਹੈ, ਜੋ ਇਹ ਇਲਜ਼ਾਮ ਲਗਾਏ ਜਾ ਰਹੇ ਨੇ, ਤੁਸੀਂ ਇਹ ਗੱਲ ਰੱਖੋਗੇ ਕੇਂਦਰ ਦੇ ਕੋਲ ਅਕਾਲੀ ਦਲ ਦੇ ਬਿਹਾਫ ਤੇ? ਨਹੀਂ, ਇਹ ਦੇਖੋ, ਕਿਸੇ ਚਾਹੇ ਅਕਾਲੀ ਦਲ ਹੋਵੇ, ਚਾਹੇ ਬੀਜੇਪੀ ਹੋਵੇ, ਚਾਹੇ ਕਾਂਗਰਸ ਹੋਵੇ, ਕੋਈ ਵੀ ਹੋਵੇ, ਇਹ ਚ ਕੋਈ ਪੋਲੀਟੀਕਲ ਇਸ਼ੂ ਨਹੀਂ ਹੁੰਦਾ। ਇਸ ਔਰ ਕੋਈ ਵੀ ਪੋਲੀਟੀਕਲ ਪਾਰਟੀ, ਕਿਸੇ ਵੀ ਪੋਲੀਟੀਕਲ ਪਾਰਟੀ ਦਾ ਰਾਜਨੇਤਾ ਹੋਵੇ, ਜਿਹੜੀ ਸੱਤਾ 'ਚ ਪਾਰਟੀ ਹੋਵੇ ਜਾਂ ਆਪੋਜੀਸ਼ਨ ਦੇ ਕੋਈ ਲੋਕਾਂ ਦੀ ਸਿਕਿਉਰਿਟੀ ਇਸ਼ੂ ਹੋਵੇ, ਉਹ ਤੇ ਕਦੀ ਕੰਪਰੋਮਾਈਜ਼ ਨਹੀਂ ਕਰਦੀ। ਔਰ ਹਮੇਸ਼ਾ ਜਿਹੜਾ ਹੈਗਾ ਸਿਕਿਉਰਿਟੀ ਜਿਹੜੀ ਹੈ ਪਰਸੈਪਸ਼ਨ ਦੇ ਹਿਸਾਬ ਨਾਲ ਹੀ ਹੁੰਦੀ ਹੈ। ਔਰ ਬਹੁਤ ਸਾਰੇ ਐਸੇ ਆਪੋਜੀਸ਼ਨ ਲੀਡਰਸ ਨੇ ਜਿਹੜੇ ਥ੍ਰੈਟ ਪਰਸੈਪਸ਼ਨ ਹੈਗੀ ਔਰ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ ਸਰਕਾਰ ਨੇ। ਸੋ ਇਸ ਕਰਕੇ ਮੈਂ ਨਹੀਂ ਸਮਝਦਾ ਹੈਗਾ ਕਿ ਇਹ ਕੋਈ ਐਸੀ ਰਾਜਨੀਤੀ ਦੀ ਗੱਲ ਹੈਗੀ ਹੈ, ਔਰ ਪਿਓਰਲੀ ਜਿਹੜਾ ਹੈਗਾ ਇਹ ਐਡਮਿਨਿਸਟ੍ਰੇਟਿਵ ਡਿਸੀਜਨ ਹੈ, ਔਰ ਜੋ ਠੀਕ ਬੰਦਾ ਉਹ ਇੰਟੈਲੀਜੈਂਸ ਏਜੰਸੀ ਨੇ ਕੀਤਾ ਹੈਗਾ।
ਠੀਕ ਹੈ ਸਰੀਨ ਸਾਹਿਬ, ਦਲਜੀਤ ਚੀਮਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਦੋਵਾਂ ਨੇ ਆਪੋ ਆਪਣੀ ਪੱਖ ਰੱਖਿਆ, ਆਪੋ ਆਪਣੀ ਰਾਏ ਰੱਖੀ ਹੈ। ਹਾਲਾਂਕਿ ਇਹ ਮਾਮਲਾ ਪੂਰਾ ਗਰਮਾ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਬਿਕਰਮ ਮਜੀਠੀਆ ਦੀ ਸੁਰੱਖਿਆ ਵਾਪਸ ਲਈ ਗਈ, ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ। ਹਾਲਾਂਕਿ ਜਿਹੜੇ ਸਰੀਨ ਸਾਹਿਬ ਨੇ ਬੀਜੇਪੀ ਦੇ ਵੱਲੋਂ, ਸਰਕਾਰ ਦੇ, ਉਹਨਾਂ ਨੇ ਕੇਂਦਰ ਸਰਕਾਰ ਦੇ ਵੱਲੋਂ ਆਪਣਾ ਪੱਖ ਰੱਖਿਆ ਹੈ ਕਿ ਇੱਕ ਆਮ ਪ੍ਰਕਿਰਿਆ ਹੈ। ਕੁਝ ਸਮੇਂ ਬਾਅਦ ਹਰ ਜਿਹੜੇ ਵੀ ਸਿਆਸੀ ਆਗੂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ, ਉਹ ਰਿਵਿਊ ਹੁੰਦੀ ਹੈ ਤੇ ਇਸ ਨੂੰ ਸਿਆਸਤ ਦੇ ਨਾਲ ਨਹੀਂ ਜੋੜਨਾ ਚਾਹੀਦਾ। ਪਰ ਅਕਾਲੀ ਦਲ ਇਸ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਿਹਾ ਹੈ। ਅਕਾਲੀ ਦਲ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਹੈ ਕਿ ਅਕਾਲੀ ਲੀਡਰਾਂ ਦੀ ਸੁਰੱਖਿਆ ਸਰਕਾਰ ਖਤਰੇ ਦੇ ਵਿੱਚ ਪਾ ਰਹੀ ਹੈ। ਅਕਾਲੀ ਦਲ ਦਾ ਇਹ ਵੀ ਕਹਿਣਾ ਹੈ ਕਿ ਮਜੀਠੀਆ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ। ਜੇ ਮਜੀਠੀਆ ਨੂੰ ਕੁਝ ਵੀ ਹੋਇਆ ਤਾਂ ਕੇਂਦਰ ਦੀ ਜ਼ਿੰਮੇਵਾਰੀ ਹੋਵੇਗੀ। ਸੋ ਫਿਲਹਾਲ ਇੱਥੇ ਰੁਕਦੇ ਹਾਂ ਛੋਟੀ ਜਿਹੀ ਬ੍ਰੇਕ ਲਈ। ਜਲਦ ਹਾਜ਼ਰ ਹੁੰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਰੁਕ ਕਰਦੇ ਹਾਂ ਅਗਲੀ ਖਬਰ ਦਾ। ਕੋਰੋਨਾ ਨੂੰ ਲੈ ਕੇ ਇੱਕ ਚੰਗੀ ਖਬਰ ਹੈ। ਕੋਰੋਨਾ ਵੈਕਸੀਨ ਦੇ ਤੀਜੇ ਫੇਜ਼ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਹਰਿਆਣਾ ਦੇ ਸਿਹਤ ਮੰਤਰੀ ਤੇ ਵੈਕਸੀਨ ਦਾ ਇਹ ਟ੍ਰਾਇਲ ਕੀਤਾ ਗਿਆ। ਅਨਿਲ ਵਿਜ ਨੂੰ ਵੈਕਸੀਨ ਦੀ ਡੋਜ਼ ਦਿੱਤੀ ਗਈ ਹੈ। ਰੋਹਤਕ ਪੀਜੀਆਈ ਤੋਂ ਆਈ ਡਾਕਟਰਾਂ ਦੀ ਟੀਮ ਦੇ ਵੱਲੋਂ ਉਹਨਾਂ ਦੀ ਨਿਗਰਾਨੀ ਦੇ ਹੇਠ ਇਹ ਡੋਜ਼ ਦਿੱਤੀ ਗਈ ਹੈ। ਸੋ ਕੋਰੋਨਾ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੰਗੀ ਖਬਰ ਆ ਸਕਦੀ ਹੈ। ਜੇ ਇਸ ਵੈਕਸੀਨ ਨੂੰ ਲੈ ਕੇ ਵੱਡੀ ਕਾਮਯਾਬੀ ਹਾਸਲ ਹੁੰਦੀ ਹੈ ਤਾਂ, ਕਿਉਂਕਿ ਇੱਕ ਪਾਸੇ ਗੱਲ ਹਰਿਆਣਾ ਦੀ ਕੀਤੀ ਜਾਵੇ, ਪੂਰੇ ਦੇਸ਼ ਦੀ ਕੀਤੀ ਜਾਵੇ, ਦਿੱਲੀ ਦੀ ਕੀਤੀ ਜਾਵੇ, ਮੁੜ ਤੋਂ ਕੋਰੋਨਾ ਰਫ਼ਤਾਰ ਫੜਦਾ ਹੋਇਆ ਨਜ਼ਰ ਆ ਰਿਹਾ ਹੈ। ਮਰੀਜ਼ਾਂ ਦੇ ਅੰਕੜੇ ਦੇ ਵਿੱਚ ਵਾਧਾ ਹੋ ਰਿਹਾ ਹੈ ਤੇ ਇਸ ਦੇ ਵਿਚਾਲੇ ਇੱਕ ਚੰਗੀ ਖਬਰ ਹੈ। ਕੋਰੋਨਾ ਵੈਕਸੀਨ ਦੇ ਤੀਜੇ ਫੇਜ਼ ਦਾ ਟ੍ਰਾਇਲ ਸ਼ੁਰੂ ਹੋ ਗਿਆ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਤਰਿੰਦਰ ਜੁੜੇ ਹੋਏ ਨੇ। ਜੀ ਤਰਿੰਦਰ, ਵੈਕਸੀਨ ਨੂੰ ਲੈ ਕੇ ਮੰਨਿਆ ਜਾਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੰਗੀ ਖਬਰ ਮਿਲ ਸਕਦੀ ਹੈ, ਇੱਕ ਵੱਡੀ ਕਾਮਯਾਬੀ ਹਾਸਲ ਹੋ ਸਕਦੀ ਹੈ ਜੇਕਰ ट्रायल ਇਹ सफल रहता ਤਾਂ। हाँ देखिए, इस ट्रायल पर ही सब कुछ निर्भर है, क्योंकि ये थर्ड फेज का ट्रायल है। इससे पहले फर्स्ट और सेकंड फेज के जो नतीजे आए थे वो काफी उत्साह देने वाले थे, और ये थर्ड फेज है। इसी से पता लगेगा कि जो कोवैक्सीन है ये कितनी प्रभावी है कोरोना से लड़ने में, क्योंकि जो 2 चरण के पहले जो वैक्सीन दी गई थी कोवैक्सीन, उसके नतीजे अच्छे थे, और इसी से ट्रायल से पता चल जाएगा कि भी ये कितनी प्रभावी होगी। जो 6 माइक्रोग्राम की ये इंजेक्शन दिया गया है, जो पहले दिन दिया गया है, इसके 28 दिन बाद दूसरा इंजेक्शन दिया जाएगा, वो भी 6 माइक्रोग्राम का होगा। और इसके बाद जो पेशेंट है या फिर जो वॉलंटियर है उसमें किस तरह से एंटीबॉडीज बनते हैं, कोरोना से लड़ने में कितना सक्षम है, ये नतीजे सामने आएंगे। और उम्मीद है कि अगले साल तक कोवैक्सीन देश की जनता जो कोरोना से पीड़ित है, कोरोना से लड़ने में सक्षम होगी, ये ऐसी उम्मीद है। और ये थर्ड फेज का और ये आखिरी फेज है, इसके बाद कोई ट्रायल नहीं होगा। और जो भारत बायोटेक ने कोवैक्सीन बनाई है उसका ये ट्रायल चल रहा है। ठीक है तरिंदर, पूरी जानकारी ਲਈ ਬਹੁਤ ਬਹੁਤ ਤੁਹਾਡਾ ਧੰਨਵਾਦ। ਕੋਰੋਨਾ ਵੈਕਸੀਨ ਤੀਜੇ ਫੇਜ਼ ਦਾ ਟ੍ਰਾਇਲ ਸ਼ੁਰੂ ਹੋਇਆ, ਤੀਜਾ ਤੇ ਆਖਰੀ ਫੇਜ਼ ਹੈ। ਜੇਕਰ ਇਹ ਫੇਜ਼ ਵੀ ਕੰਪਲੀਟ ਹੁੰਦਾ, ਜੇਕਰ ਇਸ ਦੇ ਵਿੱਚ ਵੀ ਕਾਮਯਾਬੀ ਹਾਸਲ ਹੁੰਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਰੋਨਾ ਤੋਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਇਹ ਵੈਕਸੀਨ ਹੈ ਆਪਣੇ ਆਪ ਦੇ ਵਿੱਚ ਸਫਲ ਦਵਾਈ ਦਾ ਰੂਪ ਧਾਰਨ ਕਰ ਸਕਦੀ ਹੈ। ਅਨਿਲ ਵਿਜ ਨੂੰ ਵੈਕਸੀਨ ਦੀ ਡੋਜ਼ ਦਿੱਤੀ ਗਈ ਹੈ। ਰੋਹਤਕ ਪੀਜੀਆਈ ਤੋਂ ਆਈ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਦੇ ਹੇਠ ਇਹ ਡੋਜ਼ ਦਿੱਤੀ ਗਈ ਹੈ। ਜੇਕਰ ਟ੍ਰਾਇਲ ਸਫਲ ਹੁੰਦਾ ਹੈ ਤਾਂ ਇੱਕ ਚੰਗੀ ਕਾਮਯਾਬੀ ਹਾਸਲ ਹੋ ਸਕਦੀ ਹੈ। ਅਗਲੀ ਵੱਡੀ ਖਬਰ ਰਾਮਪੁਰਾ ਫੂਲ ਤੋਂ ਹੈ। ਰਾਮਪੁਰਾ ਫੂਲ ਦੇ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲਿਆ। ਖੜੇ ਟਰੱਕ ਦੇ ਨਾਲ ਤੇਜ਼ ਰਫ਼ਤਾਰ ਕਾਰ ਦੀ ਟੱਕਰ ਹੋਈ। ਹਾਦਸੇ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ ਤੇ 3 ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਬਠਿੰਡਾ ਚੰਡੀਗੜ੍ਹ ਮਾਰਗ ਤੇ ਇਹ ਵੱਡਾ ਸੜਕ ਹਾਦਸਾ ਵਾਪਰਿਆ, ਜਿਸ ਦੇ ਵਿੱਚ 3 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਹਾਦਸੇ ਦੇ ਵਿੱਚ 3 ਲੋਕਾਂ ਦੀ ਮੌਤ ਹੋਈ ਹੈ ਤੇ 3 ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਦਰਅਸਲ ਖੜੇ ਟਰੱਕ ਦੇ ਨਾਲ ਤੇਜ਼ ਰਫ਼ਤਾਰ ਦੀ ਭਿਆਨਕ ਟੱਕਰ ਹੋਈ ਤੇ ਇਸ ਭਿਆਨਕ ਸੜਕ ਹਾਦਸੇ ਦੇ ਵਿੱਚ 3 ਲੋਕਾਂ ਦੀ ਜਾਨ ਚਲੀ ਗਈ ਹੈ। 3 ਗੰਭੀਰ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਉੱਥੇ ਬਠਿੰਡਾ ਚੰਡੀਗੜ੍ਹ ਮਾਰਗ ਤੇ ਇਹ ਹਾਦਸਾ ਵਾਪਰਿਆ ਹੈ। ਬਠਿੰਡਾ ਚੰਡੀਗੜ੍ਹ ਮਾਰਗ ਤੇ ਇਹ ਦਰਦਨਾਕ ਹਾਦਸਾ ਵਾਪਰਿਆ, ਜਿਸ ਦੇ ਵਿੱਚ 3 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਹਾਦਸਾ ਕਿੰਨਾ ਭਿਆਨਕ ਸੀ, ਕਿੰਨਾ ਦਰਦਨਾਕ ਸੀ, ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ। ਟਰੱਕ ਸੀਗਾ ਖੜਾ ਸਾਈਡ ਤੇ ਇਹ ਗੱਡੀ ਆ ਰਹੀ ਸੀ ਪਿੱਛੋਂ ਤੇਜ਼, ਸਿੱਧੀ ਗੱਡੀ ਵਿੱਚ ਆ ਕੇ ਵੱਜੀ ਟਰੱਕ ਦੇ। ਸਵਾਰੀਆਂ ਦੇ 6-7 ਜਣੇ ਸੀਗੇ, 3 ਤਾਂ ਜੈਂਟਸ ਸੀਗੇ ਜੀ, 3 ਹੀ ਲੇਡੀ ਸੀਗੇ, ਇੱਕ ਬੱਚਾ ਸੀਗਾ ਨਾਲ ਛੋਟਾ ਜਿਹਾ 8 ਮਹੀਨੇ ਦਾ। ਉਦੋਂ ਦਵਾਈ ਲੈ ਕੇ ਆ ਰਹੇ ਸੀਗੇ, ਅਚਾਨਕ ਆ ਕੇ ਇੱਥੇ ਗੱਡੀ ਖੜੀ ਸੀ, ਪਤਾ ਨਹੀਂ ਕੀ ਹੋਇਆ, ਅਚਾਨਕ ਭਾਣਾ ਵਾਪਰ ਗਿਆ।
ਚ ਹਾਂਜੀ ਗੱਡੀ 'ਚ ਆਏ ਇਹ ਸਵੇਰੇ 8 ਵਜੇ ਦੀ ਗੱਲ ਕਰਨਾ ਹੈ। ਹਾਂਜੀ ਮੇਰੇ ਰਿਸ਼ਤੇਦਾਰ ਦਾ ਮੁੰਡਾ ਸੀਗਾ। ਕੀ ਲੱਗਦਾ ਜੀ ਤੁਹਾਨੂੰ? ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਸੂਰਜ ਪਾਨ ਜੁੜੇ ਹੋਏ ਨੇ। ਜੀ ਸੂਰਜ, ਤਾਜ਼ਾ ਅਪਡੇਟ ਕੀ ਹੈ? ਜੇਕਰ 3 ਲੋਕਾਂ ਜਿਨ੍ਹਾਂ ਦੀ ਮੌਤ ਹੋਈ ਹੈ ਕਿੱਥੋਂ ਦੇ ਰਹਿਣ ਵਾਲੇ ਸਨ ਤੇ ਹਾਦਸੇ ਦੀ ਮੁੱਖ ਵਜ੍ਹਾ ਕੀ ਰਹੀ ਹੈ? ਦੇਖੋ, ਹਾਦਸੇ ਦੀ ਵਜ੍ਹਾ ਹਜੇ ਕਲੀਅਰ ਨਹੀਂ ਹੋਈ ਹੈ, ਪਰ ਜਦ ਤੱਕ ਸਾਨੂੰ ਖਬਰ ਦਾ ਪਤਾ ਲੱਗਿਆ ਕਿ ਖੜੇ ਟਰੱਕ ਦੇ ਵਿੱਚ ਮਰਸਡੀ ਗੱਡੀ ਹੈ ਜਿਹੜੀ ਉਹ ਵੱਜੀ ਹੈ, ਜਿਸ ਦੇ ਵਿੱਚ 3 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਲਾਂਕਿ ਦੋਵਾਂ ਨੂੰ ਬਠਿੰਡਾ ਦੇ ਨਿੱਜੀ ਹਸਪੀਟਲ ਵਿੱਚ ਭਰਤੀ ਕਰਵਾਇਆ, ਪਰ ਦੱਸ ਰਹੇ ਨੇ ਕਿ ਆਪਦੇ ਮਰੀਜ਼ ਨੂੰ ਛੁੱਟੀ ਦਵਾ ਕੇ ਇਹ ਆਪਦੇ ਪਿੰਡ ਮਲੇਰਕੋਟਲਾ ਜਾ ਰਹੇ ਸੀ, ਜਿਸ ਕਰਕੇ ਮੌਕੇ ਤੇ ਜਿਹੜਾ ਹਾਦਸਾ ਹੋਇਆ, ਹਾਦਸੇ ਵਿੱਚ ਫਿਲਹਾਲ 3 ਲੋਕਾਂ ਦੀ ਜਾਨ ਚਲੀ ਗਈ ਹੈ ਤੇ 2 ਲੋਕਾਂ ਦੀ ਹਾਲਤ ਫਿਲਹਾਲ ਗੰਭੀਰ ਦੱਸੀ ਜਾ ਰਹੀ ਹੈ। ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚੀ ਔਰ ਹਾਦਸੇ ਦੀ ਜਾਂਚ ਕਰ ਰਹੀ ਕਿ ਆਖਿਰਕਾਰ ਟਰੱਕ ਖੜਾ ਸੀ ਜਾਂ ਟਰੱਕ ਚੱਲ ਰਿਹਾ ਸੀ, ਜਿਸ ਦੇ ਪਿੱਛੇ ਆ ਕੇ ਮਰਸਡੀ ਕਾਰ ਟਕਰਾਈ ਹੈ। ਔਰ ਮਰਸਡੀ ਕਾਰ ਦੀ ਸਪੀਡ ਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਕਹਿ ਰਹੇ ਨੇ ਕਿ ਸਪੀਡ ਜ਼ਿਆਦਾ ਸੀ, ਤਾਂ ਕਰਕੇ ਹੋ ਸਕਦਾ ਓਵਰਟੇਕ ਕਰਦਾ ਹੋਵੇ, ਤਾਂ ਕਰਕੇ ਇਹ ਹਾਦਸਾ ਹੋਇਆ ਹੋਵੇ। ਠੀਕ ਹੈ ਸੂਰਜ, ਫਿਲਹਾਲ ਦੀ ਪੂਰੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਰਾਮਪੁਰਾ ਫੂਲ ਦੇ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲਿਆ, ਜਿੱਥੇ ਕਿ ਖੜੇ ਟਰੱਕ ਦੇ ਨਾਲ ਤੇਜ਼ ਰਫ਼ਤਾਰ ਕਾਰ ਦੀ ਟੱਕਰ ਹੋਈ। ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਮੇਰੇ ਸਹਿਯੋਗੀ ਜਿਵੇਂ ਜਾਣਕਾਰੀ ਦੇ ਰਹੇ ਸਨ ਕਿ 3 ਗੰਭੀਰ ਜ਼ਖਮੀ ਹੋਏ, ਜਿਨ੍ਹਾਂ ਦੇ ਵਿੱਚ 2 ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਹਨਾਂ ਦਾ ਇਲਾਜ ਜਾਰੀ ਹੈ। ਅਗਲੀ ਖਬਰ ਅੰਮ੍ਰਿਤਸਰ ਤੋਂ ਹੈ, ਜਿੱਥੇ ਕਿ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਨਾਬਾਲਗ ਕੁੜੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਪਰਿਵਾਰ ਮੁਤਾਬਿਕ ਉਹਨਾਂ ਦੀ ਲੜਕੀ ਕਿਸੇ ਦੇ ਘਰ ਕੰਮ ਕਰਨ ਜਾਂਦੀ ਸੀ, ਜਿੱਥੇ ਉਸ ਦੇ ਨਾਲ ਇੱਕ ਨੌਜਵਾਨ ਦੇ ਵੱਲੋਂ ਜਬਰ ਜਨਾਹ ਕੀਤਾ ਗਿਆ। ਸਾਲ ਬਾਅਦ ਢਿੱਡ ਦੇ ਵਿੱਚ ਦਰਦ ਹੋਣ ਤੇ ਨਾਬਾਲਗ ਲੜਕੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ਤੋਂ ਬਾਅਦ ਮੁਲਜ਼ਮਾਂ ਤੇ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ। ਉਹ ਤਾਂ ਉਦੋਂ ਹੀ ਐਂਡ ਤੇ ਬੋਲੀ ਵੀ ਜਦੋਂ ਇਹਨਾਂ ਪੂਰਾ ਟਾਈਮ ਮੇਰਾ ਐਂਡ ਤੇ ਆ ਗਿਆ, ਇਹਨੇ ਉਦੋਂ ਬਾਹਰੋਂ ਸਾਨੂੰ 2-3 ਮਹੀਨੇ ਨਹੀਂ ਕੋਈ ਗੱਲਬਾਤ ਦੱਸੀ, ਇਹਨੇ ਨਹੀਂ ਬੋਲੀ। ਬਹੁਤ ਇਹਨੂੰ ਮੈਂ ਬਕਾਇਆ, ਮੈਂ ਕਿਹਾ ਤੈਨੂੰ ਪੁਲਿਸ ਦਾ ਵੀ ਡਰਾਵਾ ਦਿੱਤਾ ਵੀ ਤੂੰ ਬਕ ਜਾ। ਕਹਿੰਦੀ ਨਹੀਂ ਮੰਮੀ ਮੈਨੂੰ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਤੇ ਮੈਂ ਕਿਹਾ ਨਹੀਂ ਪੁੱਤ ਦੱਸ ਦੇ ਜੇ ਕੋਈ ਤੈਨੂੰ ਗੱਲ, ਮੈਂ ਤੈਨੂੰ ਤੇਰੇ ਪਿਓ ਤੋਂ ਵੀ ਚੋਰੀ ਤੈਨੂੰ ਦਵਾਈ ਕੋਈ ਕਰਵਾ ਦੇਣੀ ਮੈਟ ਦੀ ਵਗੈਰਾ। ਚਲੋ ਇਦਾਂ ਦੀ ਵੀ ਤੇਰੀ ਕੰਡੀਸ਼ਨ ਵਾ। ਨਹੀਂ ਕੁੜੀ ਨਹੀਂ ਕੁਛ ਦੱਸਿਆ ਇਹਨੇ। ਕਿੰਨੀ ਉਮਰ ਹੈ ਤੁਹਾਡੀ? ਮੈਂ ਵਿੱਚ ਵੀ ਰੋਂਦੀ ਨਹੀਂ। ਮੇਰੀ ਉਮਰ ਹੈਗੀ 30 ਨਹੀਂ ਤੁਹਾਡੀ ਬੇਟੀ ਦੀ? ਉਹਦੀ ਉਮਰ ਹੈਗੀ 14 ਕੁ ਸਾਲ। 14 ਸਾਲ। ਤੇ ਫਿਰ ਕਿਸ ਤਰ੍ਹਾਂ ਬੱਚਾ ਹੋਇਆ, ਕੀ ਹੋਇਆ? ਬੱਚਾ ਪਹਿਲੋਂ ਉਹਨਾਂ ਨੇ ਸਾਨੂੰ ਭੇਜਿਆ ਵਾ, ਉੱਥੇ ਗਏ ਆਪਾਂ ਹਰਜਵਾਲੋਂ, ਫੇਰ ਕਹਿੰਦੇ ਵੀ ਉੱਥੇ ਜਾਓ ਬਟਾਲਿਓਂ ਗਾੜੀ, ਫੇਰ ਉਹਨਾਂ ਸਾਨੂੰ ਅੰਮ੍ਰਿਤਸਰ ਭੇਜਿਆ। ਅਸੀਂ ਇੱਥੇ ਵੀ ਹਸਪਤਾਲ ਵਿੱਚ ਕਿਤੇ ਰਾਤ ਨਹੀਂ ਅਸੀਂ ਸੌਂ ਕੇ ਵੇਖਿਆ। ਅਸੀਂ ਕਿਹਾ ਜਾਂ ਉਹਦੀ ਮਦਰ ਦੇਗੀ, ਉਹਦੇ ਮੁਤਾਬਕ ਅਸੀਂ ਇਹਦੀ ਕਾਰਵਾਈ ਕੀਤੀ। ਦਿੱਤਾ ਸਾਨੂੰ ਉਹਨਾਂ ਨੇ, ਕਿਉਂਕਿ ਉਹ ਕਹਿੰਦੇ ਸਾਡੀ ਲੜਕੀ ਪੜ੍ਹੀ ਨਹੀਂ ਹੈਗੀ ਤੇ ਸਾਨੂੰ ਰਿਟਰਨ 'ਚ ਨਾ ਹੀ ਕੋਈ ਆਧਾਰ ਕਾਰਡ ਨਾ ਕੋਈ ਸਰਟੀਫਿਕੇਟ ਅਜੇ ਤੱਕ ਸਾਨੂੰ ਉਹਨਾਂ ਨੇ ਨਹੀਂ ਦਿੱਤਾ ਵੀ। ਪਰ ਜਿਹੜਾ ਜ਼ਿਆਦਾ ਲੱਗਦਾ, ਪਰ ਲੇਕਿਨ ਫਿਰ ਵੀ ਅਸੀਂ ਇਦਾਂ ਸ਼ੋਰ ਨਹੀਂ ਕਰ ਸਕਦੇ ਉਹਨਾਂ ਨੂੰ, ਕਿਉਂਕਿ ਅਸੀਂ ਉਹਦੀ ਮਦਈ ਦੀ ਸਟੇਟਮੈਂਟ। ਗੱਲ ਕਰਾਂਗੇ ਰਿਲਾਇੰਸ ਰਿਟੇਲ ਦੀ। ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਨੇ 10.09% ਹਿੱਸੇਦਾਰੀ ਬਦਲੇ 47,265 ਕਰੋੜ ਰੁਪਏ ਜੁਟਾਏ ਨੇ। ਕੰਪਨੀ ਨੇ ਫੰਡ ਸਿਰਫ 2 ਮਹੀਨਿਆਂ ਦੇ ਅੰਦਰ ਕਈ ਕੌਮਾਂਤਰੀ ਦਿੱਗਜ ਨਿਵੇਸ਼ਕਾਂ ਤੋਂ ਜੁਟਾਇਆ ਹੈ। ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਦੀ ਡਾਇਰੈਕਟਰ ਈਸ਼ਾ ਅੰਬਾਨੀ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ RRVL ਦੇ ਵਿੱਚ ਸਾਡੇ ਨਾਲ ਅਜਿਹੇ ਮਜ਼ਬੂਤ ਸਹਿਯੋਗੀ ਨੇ। ਅਸੀਂ ਆਪਣੇ ਬਿਜ਼ਨਸ ਦੇ ਵਿੱਚ ਨਿਵੇਸ਼ਕਾਂ ਦੇ ਵੱਲੋਂ ਵਿਖਾਏ ਭਰੋਸੇ ਦੇ ਨਾਲ ਸਨਮਾਨਿਤ ਮਹਿਸੂਸ ਕਰਦੇ ਹਾਂ। ਫਿਲਹਾਲ ਇਸ ਬੁਲਟਨ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।